चर्चा। सत श्री अकाल जी। प्रोग्राम चर्चा ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, 19 ਮਈ ਦਾ ਦਿਨ ਸੀ ਜਿਸ ਦਿਨ ਆਰਡੀਨੈਂਸ ਜਾਰੀ ਹੋਇਆ। ਐਲਜੀ ਨੂੰ ਮੁੜ ਪਾਵਰਸ ਦੇ ਦਿੱਤੀਆਂ ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ, ਦਿੱਲੀ ਦੇ ਐਲਜੀ ਨੂੰ। ਉਸ ਤੋਂ 2-3 ਦਿਨ ਪਹਿਲਾਂ ਹਲੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਕਿ ਪਾਵਰਸ ਜਿਹੜੀਆਂ ਨੇ ਅਫਸਰਾਂ ਨੂੰ ਬਦਲਣ ਦੀਆਂ, ਉਹਨਾਂ ਨੂੰ ਅਪਾਇੰਟ ਕਰਨ ਦੀਆਂ, ਉਹ ਦਿੱਲੀ ਦੇ ਮੁੱਖ ਮੰਤਰੀ ਜਾਂ ਦਿੱਲੀ ਸਰਕਾਰ ਕੋਲ ਆ ਗਈਆਂ। ਹਾਲੇ ਪੀਰੀਅਡ ਖਤਮ ਨਹੀਂ ਹੋਇਆ ਸੀ ਖੁਸ਼ੀ ਦਾ ਕਿ ਸੁਪਰੀਮ ਕੋਰਟ ਦਾ ਫੈਸਲਾ ਪਲਟ ਦਿੱਤਾ ਗਿਆ। ਇਸ ਨੂੰ ਲੈ ਕੇ ਵੱਡਾ ਰਿਐਕਸ਼ਨ ਹੋਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਤਾ, ਇਹ ਤਾਨਾਸ਼ਾਹੀ ਹੈ ਸਰਕਾਰ ਦੀ। ਇਹ ਸਾਰੀਆਂ ਗੱਲਾਂ ਉਦੋਂ ਸੁਣਨ ਨੂੰ ਮਿਲੀਆਂ। ਫਿਰ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਮਿਲਣ ਦੀ, ਅਰਵਿੰਦ ਕੇਜਰੀਵਾਲ ਵੱਲੋਂ, ਤੇ ਨਾਲ ਉਹਨਾਂ ਦੇ ਭਗਵੰਤ ਮਾਨ ਹੁੰਦੇ ਸੀ, ਜਿਹਦੇ ਬਾਰੇ ਵਿਰੋਧੀ ਅਕਸਰ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਨਾਲ ਤਾਂ ਲੈ ਕੇ ਜਾਂਦੇ ਨੇ ਕਿ ਉਹਨਾਂ ਦਾ ਜਹਾਜ਼ ਜਿਹੜਾ ਹੈ ਵਰਤਣਾ ਹੁੰਦਾ ਹੈ। ਖੈਰ, ਉਸ ਤੋਂ ਬਾਅਦ ਪਹਿਲਾਂ ਨਤੀਸ਼ ਕੁਮਾਰ ਆਇਆ ਤੇ ਫਿਰ ਨਤੀਸ਼ ਕੁਮਾਰ ਤੋਂ ਬਾਅਦ ਫਿਰ ਇਹਨਾਂ ਨੇ ਜਾਣਾ ਸ਼ੁਰੂ ਕੀਤਾ। ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ, ਮਮਤਾ ਬੈਨਰਜੀ ਦੀ ਸਪੋਰਟ ਮਿਲੀ। ਸਪੋਰਟ ਕਾਹਦੇ ਲਈ ਮਿਲੀ? ਆਰਡੀਨੈਂਸ ਜਦੋਂ ਬਿੱਲ ਬਣੇਗਾ ਰਾਜ ਸਭਾ ਚ ਆਪਾਂ ਇਹਨੂੰ ਡੇਗ ਦਈਏ, ਇਸ ਕਰਕੇ ਆਪੋਜੀਸ਼ਨ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਗਈਆਂ। ਤੋਂ ਇਹ ਕਹਿ ਕੇ ਉਹ ਵਿਰੋਧੀ ਪਾਰਟੀਆਂ, ਖਾਸ ਤੌਰ ਤੇ ਉੱਥੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਜਾਂਦੇ ਸੀ ਤੇ ਮੁਲਾਕਾਤ ਕਰਕੇ ਸਪੋਰਟ ਮੰਗਦੇ ਸੀ। ਮਮਤਾ ਬੈਨਰਜੀ ਨੇ ਸਪੋਰਟ ਦੇਤੀ, ਉद्धਵ ਠਾਕਰੇ ਨੇ ਸਪੋਰਟ ਦੇਤੀ, ਸੀਤਾਰਾਮ ਯੇਚੁਰੀ ਨੇ ਸਪੋਰਟ ਉਹਨਾਂ ਨੂੰ ਦਿੱਤੀ, ਨਤੀਸ਼ ਕੁਮਾਰ ਦੀ ਗੱਲ ਹੋ ਗਈ, MK ਸਟਾਲਿਨ ਨੇ ਸਪੋਰਟ ਦਿੱਤੀ, ਚੰਦਰ ਸ਼ੇਖਰ ਰਾਓ ਨੇ ਸਪੋਰਟ ਦਿੱਤੀ। ਖਾਸ ਤੌਰ ਤੇ ਜਿਹੜੇ ਵੱਡੇ ਜਿੰਨੇ ਵੀ ਭਾਰਤੀ ਗੈਰ ਭਾਜਪਾਈ ਸਟੇਟ ਸੀ ਉਹਨਾਂ ਚ ਸਪੋਰਟ ਮਿਲੀ। ਜਾਂ ਜਿਹੜੇ ਆਪੋਜੀਸ਼ਨ ਦੇ ਲੀਡਰ ਸੀ, ਅਖਿਲੇਸ਼ ਯਾਦਵ ਦੀ ਜਿਵੇਂ ਸਪੋਰਟ ਇਹਨਾਂ ਨੂੰ ਮਿਲੀ। ਸਿਰਫ ਤੇ ਸਿਰਫ ਕਾਂਗਰਸ ਦੀ ਸਪੋਰਟ, ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਔਰ ਰਾਹੁਲ ਗਾਂਧੀ, ਦੋਨਾਂ ਨੂੰ, ਪ੍ਰਧਾਨ ਤੇ ਸਾਬਕਾ ਪ੍ਰਧਾਨ ਨੇ ਹਾਲੇ ਮੁਲਾਕਾਤ ਨਹੀਂ ਕੀਤੀ ਜਾਂ ਫੈਸਲਾ ਨਹੀਂ ਕੀਤਾ। ਨਹੀਂ, ਆਲਮੋਸਟ ਵਿਰੋਧੀ ਧਿਰਾਂ ਇਸ ਮਾਮਲੇ ਚ ਨਾਲ ਨੇ। ਕੁਝ ਧਿਰਾਂ ਇਹ ਵੀ ਸਵਾਲ ਉਠਾਉਂਦੀਆਂ ਨੇ, ਜਦੋਂ ਜੰਮੂ ਕਸ਼ਮੀਰ ਦੇ ਜਿਹੜੇ ਹੈ ਅਧਿਕਾਰ ਖੋਹੇ ਗਏ ਸੀ ਉਦੋਂ ਤੁਸੀਂ ਮੋਦੀ ਸਾਹਿਬ ਦੀ ਸਪੋਰਟ ਕੀਤੀ ਸੀ, ਕਿਉਂ? ਇਹ ਚੱਲ ਰਿਹਾ। ਇਹਦੇ ਵਿੱਚ ਹੀ ਫਿਰ ਕੱਲ ਇੱਕ ਮਹਾ ਰੈਲੀ ਕੀਤੀ ਗਈ ਦਿੱਲੀ ਦੇ ਵਿੱਚ, ਔਰ ਉੱਥੇ ਫਿਰ ਕੇਜਰੀਵਾਲ ਸਾਹਿਬ ਨੇ ਯਾਨੀ ਰਾਮਲੀਲਾ ਗਰਾਊਂਡ ਤੋਂ ਜਦੋਂ ਬੋਲੇ ਕੱਲ 11-12 ਸਾਲ ਬਾਅਦ, ਉਹਨਾਂ ਨੇ ਯਾਦ ਕੀਤਾ ਕਿ ਇੱਥੇ ਸਾਡੀ ਪਾਰਟੀ ਵੀ ਨਹੀਂ, ਇੱਥੇ ਉਹ ਬਣੇ ਤੇ ਹੁਣ ਅਸੀਂ ਇਹ ਜਿਹੜੀ ਬਗਾਵਤ, ਜਿਹੜੀ ਤਾਨਾਸ਼ਾਹੀ ਦੇ ਖਿਲਾਫ ਹੈ, ਇੱਥੋਂ ਕਰ ਰਹੇ ਹਾਂ। ਫਿਰ ਉਹਨੇ ਬਹੁਤ ਸਾਰੀਆਂ ਗੱਲਾਂ ਕਰਦੇ ਕਰਦੇ ਇੱਕ ਗੱਲ ਇਹ ਵੀ ਕਹੀ, ਇਹ ਦਿੱਲੀ ਦੇ ਵਿਰੁੱਧ ਨਹੀਂ ਆਰਡੀਨੈਂਸ ਆਇਆ, ਬਾਕੀ ਵੀ ਤਿਆਰ ਰਹੋ। ਔਰ ਉਹਨਾਂ ਨੇ ਫਿਰ ਸੱਦਾ ਦਿੱਤਾ, ਉਹੀ ਜਿਹੜਾ ਪਹਿਲਾਂ ਵਿਰੋਧੀਆਂ ਨੂੰ ਦਿੱਤਾ ਸੀ, ਜੇ ਇਹਨਾਂ ਨੂੰ 24 ਚ ਰੋਕਣਾ ਆਪਾਂ ਇਕੱਠੇ ਹੋਈਏ। ਮਾਨ ਸਾਹਿਬ ਨੇ ਆਪਦੀ ਕ੍ਰੀਏਟੀਵਿਟੀ ਦਿਖਾਈ ਉੱਥੇ, ਕਹਿੰਦੇ ਭਾਰਤੀ ਜਨਤਾ ਪਾਰਟੀ ਨਹੀਂ, ਇਹ ਤਾਂ ਭਾਰਤੀ ਜਗਾੜੂ ਪਾਰਟੀ ਹੈ। ਮੋਦੀ ਸਾਹਿਬ ਜੇ ਦੁਬਾਰਾ ਜਿੱਤ ਕੇ ਕਦੇ ਤੇ ਫਿਰ ਉਹ ਮੋਦੀ ਪੂਤਨ ਹੋਏਗਾ, ਜਿਹਨੇ ਲੈਣੇ ਹੀ ਨਹੀਂ ਫਿਰ। ਤੇ ਇਸੇ ਤਰ੍ਹਾਂ ਏਕੇ ਦੀ ਗੱਲ ਕੀਤੀ ਕਪਿਲ ਸਿੱਬਲ ਨੇ। ਸੋ ਇਹ ਮਹਾ ਰੈਲੀ, ਜਿਹਦੇ ਚ ਇਹ ਕਿਹਾ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਸੂਬਿਆਂ ਦੇ ਅਧਿਕਾਰ ਵੀ ਘਟਾਏ ਜਾਣਗੇ। ਪੰਜਾਬ ਤਾਂ ਦੇਖ ਹੀ ਰਿਹਾ, ਉਹਨਾਂ ਦੇ ਫੰਡ ਰੋਕਣ ਦੀ ਗੱਲ ਲਗਾਤਾਰ ਚੱਲ ਰਹੀ ਹੈ। ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ ਕਿ ਸੱਚਮੁੱਚ ਹੋਰ ਸੂਬੇ ਤਿਆਰ ਹੈ, ਕੀ ਕਹਾਣੀ ਉੱਧਰ ਨੂੰ ਵੱਧ ਰਹੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਡਬਲ ਇੰਜਨ ਦੀ ਗੱਲ ਤਾਂ ਹਮੇਸ਼ਾ ਹੀ ਕਰਦੀ ਹੈ। ਇਹ ਤੇ ਗੱਲ ਕਰਦੇ ਆ, ਤੇ ਗੱਲ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਦੇ ਵਿੱਚ ਸ਼ਾਮਲ ਨੇ RPS ਮਲਹੋਤਰਾ ਸਾਹਿਬ, ਮੇਜਰ ਮਲਹੋਤਰਾ ਨੁਮਾਇੰਦਗੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ, ਅਮਨਜੋਤ ਕੌਰ ਰਾਮੋਵਾਲੀਆ ਜੀ BJP ਵੱਲੋਂ ਸ਼ਾਮਲ ਨੇ, ਸਰਦਾਰ ਜਸਪ੍ਰੀਤ ਸਿੰਘ ਨਰਵਾਲ ਸਾਹਿਬ ਨੇ ਸ਼ਾਮਲ ਇਸ ਪ੍ਰੋਗਰਾਮ ਚ ਕਾਂਗਰਸ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਐਡਵੋਕੇਟ KS ਮਠਾਰੂ ਸਾਹਿਬ ਕਰ ਰਹੇ ਨੇ, ਔਰ ਸਤਪਾਲ ਸਿੰਘ ਸਿੱਧੂ ਸਾਹਿਬ ਸਾਬਕਾ
ਪ੍ਰਸ਼ਾਸਨਿਕ ਪੁਲਿਸ ਅਧਿਕਾਰੀ ਉਹ ਸਾਡੇ ਨਾਲ ਸ਼ਾਮਿਲ ਨੇ। ਨਿਰਪੱਖ ਟਿੱਪਣੀਕਾਰ ਵਜੋਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਕਿਉਂ ਇਹ ਚੇਤਾਵਨੀ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਮਲਹੋਤਰਾ ਸਾਹਿਬ? ਕੀ ਪਿੱਛੇ ਦੇ ਤੁਹਾਨੂੰ ਲੱਗਦਾ ਕਿ ਸਾਰੇ ਦੇਸ਼ ਦੇ ਵਿੱਚ ਜਾਂ ਡਰਾ ਕੇ ਸਪੋਰਟ ਹੀ ਲੈਣਾ ਚਾਹੁੰਦੇ ਨੇ ਲੋਕਾਂ ਦੀ, ਹੋਰ ਪਾਰਟੀਆਂ ਦੀ? ਵਾਲੀਆ ਸਾਹਿਬ ਦੇਖੋ, ਅੱਜ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਉਸ ਤੋਂ ਤਾਂ ਇਹ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਖਾਸ ਕਰ ਭਾਜਪਾ ਤੋਂ ਦੇਸ਼ ਦੇ ਸੰਵਿਧਾਨ ਤੇ ਦੇਸ਼ ਦੇ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਹੈਗਾ। ਤੁਸੀਂ ਦੇਖੋ ਕਿ 8 ਸਾਲ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਸੰਵਿਧਾਨਿਕ ਬੈਂਚ ਨੇ, ਕਨਸਟੀਟਿਊਸ਼ਨ ਬੈਂਚ ਨੇ ਫੈਸਲਾ ਦਿੱਤਾ ਦਿੱਲੀ ਸਰਕਾਰ ਦੇ ਹੱਕ ਵਿੱਚ, ਜਿਹੜੀ ਕਿ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੈਗੀ ਹੈ। ਆਰਡੀਨੈਂਸ ਨੂੰ ਅਜੇ ਕੋਈ ਕਾਨੂੰਨ ਇਹਦਾ ਪਾਸ ਨਹੀਂ ਹੋਇਆ, ਉਸ ਦੇ ਰਾਹੀਂ ਭਾਜਪਾ ਸਰਕਾਰ ਨੇ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਔਰ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਜਪਾ ਜਿਹੜੀ ਹੈ ਨਾ ਦੇਸ਼ ਦੇ ਸੰਵਿਧਾਨ ਦੀ ਇੱਜ਼ਤ ਕਰਦੀ ਹੈ, ਨਾ ਕਾਨੂੰਨ ਦੀ ਇੱਜ਼ਤ ਕਰਦੀ ਹੈ, ਨਾ ਸੁਪਰੀਮ ਕੋਰਟ ਦੀ ਇੱਜ਼ਤ ਕਰਦੀ ਹੈ, ਨਾ ਹੀ ਦੇਸ਼ ਦੇ ਲੋਕਤੰਤਰ ਦੀ ਇੱਜ਼ਤ ਕਰਦੀ ਹੈ, ਨਾ ਹੀ ਦੇਸ਼ ਦੇ ਲੋਕਾਂ ਦੀ ਮਰਜ਼ੀ ਦੀ ਇੱਜ਼ਤ ਕਰਦੀ ਹੈਗੀ ਹੈ। ਇੱਥੇ ਦੋ ਚੀਜ਼ਾਂ ਜਿਹੜੀਆਂ ਉਹ ਸਮਝ ਲੈਣੀਆਂ ਬਹੁਤ ਜ਼ਰੂਰੀ ਨੇ ਕਿ ਦੋ ਜਿਹੜੀਆਂ ਵਿਚਾਰਧਾਰਾਵਾਂ ਨੇ ਉਹਨਾਂ ਦੇ ਵਿੱਚ ਟਕਰਾਅ ਹੈਗਾ। ਇੱਕ ਵਿਚਾਰਧਾਰਾ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਕਿ ਲੋਕਾਂ ਦੇ ਜੀਵਨ ਨੂੰ ਸਵਾਰਨਾ ਚਾਹੁੰਦੀ ਹੈਗੀ ਹੈ, ਚਾਹੇ ਉਹਨਾਂ ਨੂੰ ਬਿਜਲੀ ਦੇਣੀ ਹੈ, ਪਾਣੀ ਦੇਣੀ ਹੈ, ਸਿਹਤ, ਸਿੱਖਿਆ, ਰੋਜ਼ਗਾਰ, ਪੈਨਸ਼ਨਾਂ, ਵਿਕਾਸ ਜਾਂ ਹੋਰ ਚੀਜ਼ਾਂ ਦੇਣੀਆਂ ਹੈਗੀਆਂ, ਔਰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ। ਦੂਜੇ ਪਾਸੇ ਭਾਜਪਾ ਦੀ ਫਿਲਾਸਫੀ ਹੈ, ਵਿਚਾਰਧਾਰਾ ਜਿਹੜੀ ਕਹਿੰਦੀ ਹੈ ਕਿ ਆਪਣੇ ਦੋਸਤਾਂ ਨਾਲ ਮਿਲ ਕੇ ਦੇਸ਼ ਨੂੰ ਲੁੱਟੋ, ਉਹਨਾਂ ਤੋਂ ਫਿਰ ਰਿਸ਼ਵਤ ਲਓ, ਉਹਦੇ ਨਾਲ ਫਿਰ ਲੋਕਤੰਤਰ ਖਰੀਦੋ, ਐਮਐਲਏ ਖਰੀਦੋ, ਲੋਕਾਂ ਨੂੰ ਕੁਛ ਨਾ ਦਿਓ, ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖੋ ਔਰ ਉਹਨਾਂ ਸਿਰਫ ਸਰਵਾਈਵਲ ਤੇ ਰੱਖੋ। ਔਰ ਦੂਜਾ ਪੁਆਇੰਟ ਇਹਦੇ ਵਿੱਚ ਇਹ ਹੈਗਾ ਕਿ ਇੱਕ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਦੇਸ਼ ਦੇ ਸੰਵਿਧਾਨ ਦੀ ਇੱਜ਼ਤ ਕਰੋ, ਦੇਸ਼ ਦੇ ਲੋਕਤੰਤਰ ਦੀ ਇੱਜ਼ਤ ਕਰੋ ਔਰ ਉਸ ਮੁਤਾਬਕ ਜੀਓ ਔਰ ਉਸ ਮੁਤਾਬਕ ਆਪਣਾ ਰਾਜ ਚਲਾਓ। ਦੂਜੇ ਪਾਸੇ ਭਾਜਪਾ ਦੀ ਵਿਚਾਰਧਾਰਾ ਹੈ ਜਿਹੜੀ ਨਾ ਤਾਂ ਦੇਸ਼ ਦੇ ਸੰਵਿਧਾਨ ਦੀ ਇੱਜ਼ਤ ਕਰਦੀ ਹੈ, ਨਾ ਹੀ ਦੇਸ਼ ਦੇ ਕਾਨੂੰਨ ਦੀ ਇੱਜ਼ਤ ਕਰਦੀ ਹੈਗੀ ਹੈ, ਔਰ ਕਿਸੇ ਵੀ ਹਰ ਤਰੀਕੇ ਨਾਲ ਸੱਤਾ ਨੂੰ ਹਾਸਲ ਕਰਕੇ ਦੇਸ਼ ਨੂੰ ਗੁਲਾਮ ਰੱਖਣਾ ਚਾਹੁੰਦੀ ਹੈ। ਸੋ ਇਸ ਸਭ ਨੂੰ ਦੇਖਦੇ ਹੋਏ ਸਾਡੇ ਲੀਡਰਸ ਨੇ ਜਿਹੜੀ ਪਰਸੋਂ ਰੈਲੀ ਹੋਈ ਹੈ ਉਸ 'ਚ ਦੇਸ਼ ਦਾ ਆਹਵਾਨ ਕੀਤਾ ਹੈਗਾ, ਦੇਸ਼ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਭਾਜਪਾ ਦੁਬਾਰਾ ਸੱਤਾ ਵਿੱਚ ਆਂਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਕਾਨੂੰਨ ਜਿਹੜਾ ਹੈ, ਦੇਸ਼ ਦਾ ਸੰਵਿਧਾਨ ਹੋ ਸਕਦਾ ਉਹਨੂੰ ਖਤਮ ਕਰ ਦਿੱਤਾ ਜਾਏ, ਦੇਸ਼ ਵਿੱਚ ਲੋਕਤੰਤਰ ਖਤਮ ਕਰ ਦਿੱਤਾ ਜਾਏ ਔਰ ਦੇਸ਼ ਨੂੰ ਜੀ। ਮਲਹੋਤਰਾ ਸਾਹਿਬ ਤੁਸੀਂ ਠੀਕ ਕਿਹਾ, ਕੇਜਰੀਵਾਲ ਸਾਹਿਬ ਕਹਿੰਦੇ ਇਹ ਲੋਕਾਂ ਦੀ ਜਿਹੜੀ ਆ ਤੌਹੀਨ ਹੈ, ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਸੀ, ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ, ਸਰਕਾਰ ਦਾ ਫਤਵਾ ਨਹੀਂ ਮੰਨਿਆ ਜਾ ਰਿਹਾ, ਸਰਕਾਰ ਦੀ ਗੱਲ ਨਹੀਂ ਮੰਨੀ ਜਾ ਰਹੀ, ਇਹਦਾ ਮਤਲਬ ਹੈ ਕਿ ਲੋਕਾਂ ਦੀ ਤੌਹੀਨ ਹੋ ਰਹੀ ਹੈ। ਇਹ ਕੇਜਰੀਵਾਲ ਸਾਹਿਬ ਨੇ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਇਹ ਕੱਲ੍ਹ ਦੀ ਰੈਲੀ 'ਚ ਕਿਹਾ ਸੀ। ਤਾਨਾਸ਼ਾਹ ਕਿਹਾ ਗਿਆ ਮੋਦੀ ਸਾਹਿਬ ਨੂੰ, ਔਰ ਮੋਦੀ ਸਾਹਿਬ ਨੂੰ ਇਹ ਵੀ ਕਿਹਾ ਗਿਆ ਕਿ ਉਹ ਸੰਵਿਧਾਨ ਦੀ ਬਿਲਕੁਲ ਹੀ ਪਰਵਾਹ ਨਹੀਂ ਕਰਦੇ। ਅਮਨਜੋਤ ਰਾਮੂਵਾਲੀਆ ਜੀ। ਵਾਲੀਆ ਸਾਹਿਬ, ਆਪੋਜੀਸ਼ਨ ਸਟਰੋਂਗ ਰਵੇ ਇਹ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਚਾਹੇ ਸਾਡੀ ਪਾਰਟੀ ਚਾਹੇ ਕੋਈ ਵੀ ਹੋਵੇ, ਆਪੋਜੀਸ਼ਨ ਸਟਰੋਂਗ ਹੋਣੀ ਚਾਹੀਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਦੇ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢੋ, ਉਹਨੂੰ ਹੰਕਾਰੀ ਕਹੋ, ਚੌਥੀ ਪਾਸ ਕਹੋ। ਇਹ ਸਾਰੇ ਸ਼ਬਦ ਆ ਜਿਹੜੇ ਇਹ ਅਨਐਕਸੈਪਟੇਬਲ ਆ। ਪਹਿਲਾਂ ਵੀ ਕੇਜਰੀਵਾਲ ਸਾਹਿਬ ਨੂੰ ਇਹਨਾਂ ਸ਼ਬਦਾਂ ਕਰਕੇ ਮਾਨਹਾਨੀ ਦੇ ਮੁਕੱਦਮੇ 'ਚੋਂ ਹਾਰ ਚੁੱਕੇ ਆ ਔਰ ਉਹਨਾਂ ਨੂੰ ਜੁਰਮਾਨਾ ਹੋਇਆ। ਗੱਲ ਇਹ ਹੈ ਕਿ ਜਦੋਂ ਅਸੀਂ ਵੱਡੇ ਲੀਡਰ ਇਹ ਗੱਲਾਂ ਬੋਲਦੇ ਆ, ਜਿਨ੍ਹਾਂ ਨੂੰ ਬਹੁਤ ਕਾਹਲੀ ਆ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣੀਏ ਤੇ ਪਹਿਲੇ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਦੇ ਆ, ਉਦੋਂ ਕੋਈ ਬਹੁਤਾ ਵਧੀਆ ਅਸਰ ਨਹੀਂ ਜਾਂਦਾ। ਅਸੀਂ 3-4 ਗੱਲਾਂ ਵਿੱਚ ਅਸੀਂ ਸਮਾਜ ਨੂੰ ਕੀ ਦਿਸ਼ਾ ਦੇ ਰਹੇ ਹਾਂ, ਆਪਦੀ ਸੰਸਕ੍ਰਿਤੀ, ਸਭਿਅਤਾ ਤੇ ਆਪਦੇ ਸਮਾਜ ਨੂੰ ਅਸੀਂ ਬਹੁਤ ਹੀ ਗਲਤ ਕਰ ਰਹੇ ਹਾਂ। ਆਪਦੀਆਂ ਸਮਾਜਿਕ ਕਦਰਾਂ ਕੀਮਤਾਂ ਖਤਮ ਕਰਨਾ। ਅਮਨਜੋਤ ਜੀ, ਆਪਾਂ ਮੁੱਦੇ ਤੇ ਗੱਲ ਕਰੀਏ। ਮੁੱਦਾ ਇਹ ਹੈ ਕਿ ਆਰਡੀਨੈਂਸ ਲਿਆਂਦਾ ਔਰ ਆਰਡੀਨੈਂਸ ਲਿਆ ਕੇ ਜੋ ਲੋਕਾਂ ਦਾ ਜੋ ਸੁਪਰੀਮ ਕੋਰਟ ਦੇ ਬੈਂਚ ਨੇ ਫੈਸਲਾ ਕੀਤਾ ਸੀ ਉਹਨੂੰ ਪਲਟਿਆ। ਆਪਾਂ ਉਹਦੀ ਗੱਲ ਕਰੀਏ। ਗਾਲਾਂ ਤਾਂ ਸਭ ਇੱਕ ਦੂਜੇ ਨੂੰ ਕੱਢਦੇ ਰਹਿੰਦੇ ਨੇ, ਤਾਂ ਆਪਾਂ ਨੂੰ ਪਤਾ ਹੀ ਹੈ।
देखिए ये हुणे वाले भाई साहब ने आम आदमी पार्टी के प्रवक्ता ने बोलिया कि इन्हां ने असी बड़ा काम करदे, इन्हां ने की कीता। तुसी देखो कि देश दे विच जो काम बीजेपी ने कीता कदे इन्ना होया ही नहीं। पहले तो इंफ्रास्ट्रक्चर बारे देख लीए, इन्ने सोहणे हाईवे एक दूजे नाल जोड़न दे काम, रेलवे लाइन और रेलां नवीआं पईआं और स्वच्छ भारत और इकोनॉमी साडी दुनिया दे विच इन्नी तकड़ी हो गई आ कि हुण असी मेरा ख्याल छेती असी चौथा वड्डा इकोनॉमी का देश बन जावांगे। और जिस प्रधानमंत्री नूं जिन्हां ने बड़े माड़े समय च जो कोविड होया उहदे विच सारे देश नूं खाना दिता, अज भी साडे देश विच बहुत सारे मैं कहनी 40-50% लोग आ जिहड़े वो मुफ्त का खाना खांदे आ, वेलफेयर तो खांदे आ। ये छोटियां गल्लां नहीं है और फिर भी तरक्की हो रही है। तुहानूं पता होगा पाया न्यूज़ जिन्नी दे प्राइम मिनिस्टर उन्होंने साडे प्रधानमंत्री नरेंद्र मोदी जी नूं पैरी हथ ला के उन्होंने धन्नवाद किया और आस्ट्रेलिया के प्रधानमंत्री ने उन्होंने कहा कि मोदी इज अवर बॉस। ये एवें शब्द नहीं हो जाते, जे कुछ चंगिया गल्लां कीतियां तां हुंदे आ। आम आदमी पार्टी की आदत है कदे गवर्नर साहब नूं गालां कढणियां, उन्हां नूं माड़ा कहना, हुण देश के प्रधानमंत्री नूं माड़ा कहंदे। गल ये आ कि आप इन्हां दे पल्ले कुछ नहीं। जिस अन्ने हजारे दी एक उन्हां दे ਜਿਹੜਾ ਉਹਨਾਂ ਨੇ ਮੁਹਿੰਮ ਚਲਾਈ ਸੀ ਉਹਦੇ ਵਿੱਚੋਂ ਪੈਦਾ ਹੋਇਆ ਆਦਮੀ ਜਦੋਂ ਉਹਨੂੰ ਹੀ ਛੱਡ ਗਿਆ ਤੇ ਦੂਜਿਆਂ ਦਾ ਕੀ ਭਲਾ ਕਰੂਗਾ। ਔਰ ਪੰਜਾਬ ਅਮਰਜੋਤ ਰਾਮੂ ਵਾਲੀਆ ਜੀ ਇਹਨਾਂ ਦੇ ਪੱਲੇ ਕੁਛ ਨਹੀਂ, ਇਹ ਵੀ ਤੋਹੀਨ ਲੋਕਾਂ ਦੀ ਆ। 92 ਸੀਟਾਂ ਪੰਜਾਬ 'ਚ ਜਿਤਾਤੀਆਂ, ਤੀਜੀ ਵਾਰ ਦਿੱਲੀ 'ਚ ਸਰਕਾਰ ਬਣਾਤੀ ਤੇ ਕਾਂਗਰਸ ਤੁਹਾਨੂੰ 9 ਸਵਾਲ ਕਰ ਰਹੀ ਹੈ, ਕਹਿੰਦੇ ਕਿੱਥੇ ਹੈ 2 ਕਰੋੜ ਨੌਕਰੀਆਂ ਦੇਣੀਆਂ ਸੀ, ਨੌਕਰੀਆਂ ਕਿੱਥੇ ਨੇ ਮੋਦੀ ਸਾਹਿਬ, ਬੇਰੁਜ਼ਗਾਰੀ ਦਾ ਬੁਰਾ ਹਾਲ ਹੈ। ਉਹ ਹਰ ਰੋਜ਼ ਰਾਹੁਲ ਗਾਂਧੀ ਕਹਿੰਦੇ ਨੇ ਚੀਨ ਇੰਨੀ ਜ਼ਮੀਨ ਤੇ ਕਬਜ਼ਾ ਕਰੀ ਬੈਠਾ ਹੈ ਤੇ ਜੇ ਕੋਈ ਦੂਜਾ ਪੈਰੀ ਹੱਥ ਲਾ ਦਿੰਦਾ ਹੈ ਉਹਦਾ ਮਤਲਬ ਇਹ ਨਹੀਂ ਕਿ ਅੰਕੜਿਆਂ ਨੂੰ ਅਸੀਂ ਜਿਹੜਾ ਹੈ ਉਹਨਾਂ ਨੂੰ ਕੰਟਰਾਡਿਕਟ ਕਰੀਏ। ਖੈਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਇੱਕ ਦੂਜੇ ਖਿਲਾਫ ਕਹੀਆਂ ਜਾ ਸਕਦੀਆਂ ਨੇ, ਲੇਕਿਨ ਇੱਕ ਬ੍ਰੇਕ ਦਾ ਟਾਈਮ ਹੋ ਗਿਆ। ਜੋ ਚਰਚਾ ਚੱਲ ਰਹੀ ਹੈ ਇਹਨੂੰ ਆਪਾਂ ਜਾਰੀ ਰੱਖਣਾ। ਇੱਕ ਬ੍ਰੇਕ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। चर्चा चर्चा ब्रेक तो बाद ਤੁਹਾਡਾ ਫੇਰ ਸਵਾਗਤ। ਜਸਪ੍ਰੀਤ ਨਿਰਵਾਲ ਸਾਹਿਬ, ਜਦੋਂ ਕੇਜਰੀਵਾਲ ਸਾਹਿਬ ਇਹ ਕਹਿੰਦੇ ਨੇ ਕਿ ਵੀ ਬਾਕੀ ਵੀ ਤਿਆਰ ਰਹੋ, ਬਾਕੀ ਮੀਨਸ ਕਿ ਹੋਰ ਸੂਬਿਆਂ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਤੁਹਾਡੇ ਬਾਰੇ ਇਹੋ ਜਿਹੇ ਆਰਡੀਨੈਂਸ ਆ ਸਕਦੇ ਨੇ। ਵੈਸੇ ਤਾਂ ਆਰਡੀਨੈਂਸ ਇੱਕ ਉਹ ਵੀ ਆਇਆ ਸੀ ਜਿਹਨੇ ਜੰਮੂ ਕਸ਼ਮੀਰ ਨੂੰ ਯੂਟੀ ਬਣਾਤਾ ਸੀ ਔਰ ਫਿਰ ਆਰਟੀਕਲ 370 ਦੇ ਕਾਨੂੰਨ ਬਣਿਆ ਸੀ। ਖੈਰ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਇਹ ਜਿਹੜੇ ਕੇਜਰੀਵਾਲ ਸਾਹਿਬ ਡਰਾ ਰਹੇ ਨੇ ਕਿ ਸਾਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ, ਬਾਕੀ ਤਿਆਰ ਰਹਿਣ। ਕਾਂਗਰਸ ਪਾਰਟੀ ਵੀ ਮੋਦੀ ਸਾਹਿਬ ਨੇ 9 ਸਾਲ ਤੇ ਉਹਨਾਂ ਨੇ ਕੀਤੇ ਨੇ 9 ਸਵਾਲ, ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਪਰ ਦੂਜੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ 'ਚ ਵੀ ਵੱਡੇ ਐਕਸ਼ਨ ਕਰ ਰਹੇ ਨੇ। ਇਹ ਸਾਰੀ ਗੱਲਬਾਤ ਦੇ ਪਿੱਛੇ ਕਾਂਗਰਸ ਪਾਰਟੀ ਕੀ ਕਹਿ ਰਹੀ ਹੈ? ਨਹੀਂ ਦੇਖੋ, ਸਭ ਤੋਂ ਪਹਿਲਾਂ ਤਾਂ ਦੇਖੋ ਦਿੱਲੀ ਦੇ ਫਾਰਮੈਟ ਨੂੰ ਸਮਝਣ ਦੀ ਲੋੜ ਹੈ। ਇਹ ਲੋਕਾਂ ਨੂੰ ਭੁਲੇਖੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਆਮ ਆਦਮੀ ਪਾਰਟੀ। ਤੁਸੀਂ ਦੇਖੋ ਕਿ ਜਿਹੜਾ ਦਿੱਲੀ ਹੈ ਉਹ ਇੱਕ ਨੈਸ਼ਨਲ ਕੈਪੀਟਲ ਰੀਜਨ ਆ ਜਾਂਦਾ। ਜਦੋਂ ਨੈਸ਼ਨਲ ਕੈਪੀਟਲ ਰੀਜਨ ਆ ਜਾਂਦਾ ਇਹਦੇ ਵਿੱਚ ਆਜ਼ਾਦੀ ਤੋਂ ਬਾਅਦ ਵਿੱਚ ਜਿਹੜਾ ਸੀਗਾ ਇਹਦੇ ਉੱਤੇ ਜਿਹੜੀ ਕਮੇਟੀ ਬਣਾਈ ਸੀ, ਜਿਹੜੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ ਕਮੇਟੀ ਬਣੀ ਸੀ, ਤਾਂ ਉਹਨਾਂ ਦੀ ਰეკਮੈਂਡੇਸ਼ਨ ਸੀ ਕਿ ਜਿਹੜਾ ਦਿੱਲੀ ਹੈ ਇਹਨੂੰ ਜਾਂ ਤਾਂ ਜਿਹੜਾ ਹੈਗਾ ਕਿ ਤੁਸੀਂ ਇਹਦੇ ਉੱਤੇ ਐਲਜੀ ਲਗਾ ਦਿਓ ਜਾਂ ਇਹਨੂੰ ਕਮਿਸ਼ਨਰੇਟ ਕਰ ਦਿਓ ਜਾਂ ਫਿਰ ਜਿਹੜਾ ਗਵਾਂਢੀ ਕੋਈ ਸੂਬਾ ਉਹਦੇ ਗਵਰਨਰ ਦੇ ਹੇਠ ਇਹਦੀ ਗਵਰਨੈਂਸ ਦਿੱਤੀ ਜਾਵੇ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇੱਥੇ ਪਹਿਲਾਂ ਕਮਿਸ਼ਨਰੇਟ ਰਾਜ ਲੈ ਕੇ ਆਂਦਾ, ਪਹਿਲਾਂ ਕਮਿਸ਼ਨਰੇਟ ਦੇ ਅੰਡਰ ਹੋਈ। ਉਸ ਤੋਂ ਬਾਅਦ ਜਦੋਂ ਸ਼ਾਸਤਰੀ ਜੀ ਆਏ ਉਸ ਟਾਈਮ ਦੇ ਉੱਤੇ ਇਹਦੇ ਵਿੱਚ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਲੈ ਕੇ ਆਏ, ਤਾਂ ਫਿਰ ਕਾਂਗਰਸ ਹੀ ਸੀ ਜਿਹੜੀ ਕਿ ਆਪਣਾ ਦੇਵਗੌੜਾ ਜੀ ਦੀ ਸਰਕਾਰ ਦੇ ਵਿੱਚ ਆ ਕੇ ਤਾਂ ਉਹਨਾਂ ਨੇ ਇੱਥੇ ਇਲੈਕਸ਼ਨਸ ਕਰਾਉਣੀਆਂ ਸ਼ੁਰੂ ਕੀਤੀਆਂ। ਇੱਥੇ ਜਿਹੜਾ ਮੌਜੂਦਾ ਜਿਹੜਾ ਸਰਕਾਰ ਦਾ ਢਾਂਚਾ ਉਹ ਲੈ ਕੇ ਆਂਦਾ
ਤੇ ਉਹ ਢਾਂਚੇ ਦੇ ਵਿੱਚ ਹੁਣ ਤੱਕ ਸਰਕਾਰਾਂ ਕੰਮ ਕਰਦੀਆਂ ਆਈਆਂ ਨੇ। ਦੇਖੋ ਜਿਹੜੇ ਚੀਜ਼ਾਂ ਦੇ ਉੱਤੇ ਇਹਨਾਂ ਦਾ ਅਧਿਕਾਰ ਚਾਹੀਦਾ ਉਹ ਚੀਜ਼ਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਹੜੀ ਮਿਨਿਸਟਰੀ ਆ ਉਹਨਾਂ ਨੂੰ ਅਧਿਕਾਰ ਦਿੱਤੇ ਹੋਏ ਨੇ। ਕੁਝ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਤੋਂ ਹੀ ਜਿਹੜੀਆਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਕਮੇਟੀ ਵੱਲੋਂ ਰეკਮੈਂਡਡ ਸੀਗੀਆਂ ਉਹ ਜਿਹੜੀਆਂ ਸੀਗੀਆਂ ਉਹ ਪਾਵਰਾਂ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੂੰ, ਕਿਉਂਕਿ ਦਿੱਲੀ ਨੈਸ਼ਨਲ ਕੈਪੀਟਲ ਰੀਜਨ ਹੈ ਇਸ ਕਰਕੇ ਦਿੱਤੀਆਂ ਗਈਆਂ ਸੀ। ਉਸ ਤੋਂ ਇਲਾਵਾ ਜੇ ਗੱਲ ਕਰੀਏ, ਠੀਕ ਹੈ, ਸੁਪਰੀਮ ਕੋਰਟ ਨੇ ਇਹ ਗੱਲ ਜ਼ਰੂਰ ਇਹਨਾਂ ਦੇ ਕਿਹਾ ਕਿ ਇਹਨਾਂ ਨੂੰ ਕੁਝ ਅਧਿਕਾਰ ਦੇਣੇ ਚਾਹੀਦੇ ਨੇ ਜਾਂ ਕੋਈ ਅਧਿਕਾਰਾਂ ਦੇ ਉੱਤੇ ਜਿਹੜਾ ਇਹਨਾਂ ਦਾ ਹੋਣਾ ਚਾਹੀਦਾ ਹੈ ਹੱਕ। ਪਰ ਪੈਰਾ 9 ਦੇ ਵਿੱਚ ਇਹ ਵੀ ਕਿਹਾ ਕਿ ਇਹਦੇ ਉੱਤੇ ਜੇ ਸੈਂਟਰ ਗਵਰਨਮੈਂਟ ਚਾਹੇ ਤਾਂ ਉਹ ਜਿਹੜਾ ਆਪਣੇ ਅਕੋਰਡਿੰਗਲੀ ਜਿਹੜੀ ਹੈ ਕੁਝ ਅਮੈਂਡਮੈਂਟਸ ਲਿਆ ਸਕਦੀ ਹੈ। ਠੀਕ ਹੈ ਕਿ ਆਪਾਂ ਕਹਿ ਦਈਏ ਕਿ ਕੁਝ ਉਹਦੇ ਵਿੱਚ ਅਮੈਂਡਮੈਂਟਸ ਦੇ ਵਿੱਚ ਚੇਂਜਸ ਆ ਵੀ ਸਕਦੀਆਂ ਨੇ ਮੌਜੂਦਾ ਟਾਈਮ ਦੇ ਹਿਸਾਬ ਦੇ ਨਾਲ, ਕਿਉਂਕਿ ਸਮੇਂ-ਸਮੇਂ ਨਾਲ ਦਿੱਲੀ ਦਾ ਫਾਰਮੈਟ ਚੇਂਜ ਹੁੰਦਾ ਆਇਆ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਜੇ ਆਪਾਂ ਕਹਿ ਦਈਏ ਕਿ ਦਿੱਲੀ ਇੱਕ ਪਹਿਲਾਂ ਤੋਂ ਹੀ ਸਟੇਟ ਸੀ, ਦਿੱਲੀ ਦੇਖੋ ਯੂਨੀਅਨ ਟੈਰੀਟਰੀ ਦੇ ਵਿੱਚ ਹੈ, ਇਹਨੂੰ ਜਿਹੜਾ ਵੋਟਾਂ ਦਾ ਅਧਿਕਾਰ ਦਿੱਤਾ ਗਿਆ, ਜਿਹੜਾ ਸੀਐਮ ਦਾ ਅਧਿਕਾਰ ਦਿੱਤਾ ਗਿਆ ਉਹ ਲੋਕਾਂ ਦੇ ਭਲੇ ਦੇ ਲਈ ਦਿੱਤਾ ਗਿਆ। ਹੁਣ ਉਹਦੇ ਵਿੱਚ ਜੇ ਗੱਲ ਕਰੀਏ ਕਿ ਇਹ ਕਹਿਣ ਕਿ ਅਸੀਂ ਅਮੈਂਡਮੈਂਟ ਆ ਵੀ ਕਰ ਦਈਏ, ਅਸੀਂ ਉਹ ਵੀ ਕਰ ਦਈਏ, ਦਿੱਲੀ ਦੇ ਕੋਲ ਸੀਐਮ ਦੇ ਕੋਲ ਹੱਕ ਹੋਣੇ ਚਾਹੀਦੇ, ਕੀ ਗੱਲ ਜਿਹੜੇ ਪੁਰਾਣੇ ਸੀਐਮ ਸੀਗੇ ਉਹਨਾਂ ਦੇ ਕੋਲ ਹੱਕ ਨਹੀਂ ਸੀ? ਜਿਹੜੀਆਂ ਪਹਿਲਾਂ ਕੌਂਸਲਾਂ ਚੱਲਦੀਆਂ ਸੀ ਉਹਨਾਂ ਦੇ ਕੋਲ ਹੱਕ ਨਹੀਂ ਹੈ? ਸੋ ਪਹਿਲਾਂ ਵੀ ਦਿੱਲੀ ਚੱਲਦੀ ਆਈ ਸੀ। ਮੁੱਦਾ ਤਾਂ ਇਹ ਹੈ ਕਿ ਇਹ ਹੁਣ ਡਿਲੀਵਰ ਨਹੀਂ ਕਰ ਪਾ ਰਿਹਾ, ਇਹ ਬਹੁਤ ਭ੍ਰਿਸ਼ਟਾਚਾਰ ਦੇ ਵਿੱਚ ਦਿੱਲੀ ਦੇ ਵਿੱਚ ਲੁਪਤ ਹੁੰਦੇ ਜਾਂਦੇ ਆ। ਤਾਂ ਇਸ ਕਰਕੇ ਇਹ ਚੀਜ਼ਾਂ ਨੂੰ ਇਹ ਜਿਹੜਾ ਹੈਗਾ ਲੋਕਾਂ ਦੇ ਮੂਹਰੇ ਇੱਕ ਛਵੀ ਬਣਾ ਕੇ ਪੇਸ਼ ਕਰਨਾ ਜੀ ਦਰਬਾਰ ਸਾਹਿਬ। ਦੂਸਰੀ ਗੱਲ ਜੀ ਦਰਬਾਰ ਸਾਹਿਬ ਜਿਹੜੀ ਹਾਂਜੀ ਦਰਬਾਰ ਸਾਹਿਬ ਗੱਲ ਇਹ ਹੈ ਕਿ ਮੈਨੂੰ ਤਾਂ ਇਉਂ ਲੱਗਣ ਲੱਗ ਗਿਆ ਕਿ ਜਿਹੜਾ ਕੁਝ ਕਹਿਣਾ ਸੀ ਅਮਨਜੋਤ ਰਾਮੂਵਾਲੀਆ ਨੇ, ਉਹ ਜਸਪ੍ਰੀਤ ਸਿੰਘ ਨਰਵਾਲ ਨੇ ਕਹਿਤਾ ਕਿ ਬਿਲਕੁਲ ਉਹੀ ਸਟੇਟਮੈਂਟ ਜਿਹਦੀ ਆਸ ਇੱਕ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਜਾਂ ਪੈਨਲਿਸਟ ਤੋਂ ਕਰੀ ਜਾ ਸਕਦੀ ਹੈ, ਉਹ ਉਹਨਾਂ ਨੇ ਗੱਲ ਕੀਤੀ। ਉਹ ਖੈਰ ਇਹ ਇਹਨਾਂ ਦਾ ਹੈ, ਲੇਕਿਨ ਭਾਰਤੀ ਜਨਤਾ ਪਾਰਟੀ ਨੇ ਇੱਕ ਗੱਲ ਹੋਰ ਵੀ ਕੀਤੀ ਜਿਹੜੀ ਨਰਵਾਲ ਸਾਹਿਬ ਨੇ ਕਹੀ ਹੈ। ਉਹ ਇਹ ਕਹਿੰਦੇ ਨੇ ਕਿ ਜੀ ਇਹ ਭ੍ਰਿਸ਼ਟਾਚਾਰ ਦੇ ਵਿੱਚ ਡੁੱਬੀ ਹੋਈ ਸਰਕਾਰ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਮਹਾ ਰੈਲੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਇਕੱਠ ਹੋਇਆ ਸੀ ਗਰਮੀ ਦੇ ਬਾਵਜੂਦ, ਉਹਦੇ ਬਾਰੇ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਜੀ ਇਹ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਇਹੋ ਜਿਹਾ ਕੁਝ ਕਰ ਰਹੀ ਹੈ। ਖੈਰ ਆਪਾਂ ਅਕਾਲੀ ਦਲ ਕੀ ਸੋਚ ਰਹੇ ਉਹਦੀ ਗੱਲ ਕਰਦੀ ਫਿਰ ਅੱਗੇ ਵਧਾਂਗੇ। KS ਮਠਾਰੂ ਸਾਹਿਬ। ਵਾਲੀਆ ਜੀ, ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਤੇ ਫੈਡਰਲ ਢਾਂਚੇ ਦੀ ਹਮੇਸ਼ਾ ਸਪੋਰਟ ਕਰਦੀ ਹੈ ਕਿ ਫੈਡਰਲ ਢਾਂਚਾ ਜਿਹੜੇ ਸੂਬਿਆਂ ਦੇ ਅਧਿਕਾਰ ਆ ਸੂਬਿਆਂ ਕੋਲ ਹੀ ਹੋਣੇ ਚਾਹੀਦੇ ਆ, ਉਹਦੇ 'ਚ ਕੇਂਦਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜਦੋਂ ਕਿ ਪਹਿਲਾਂ ਤੋਂ ਹੀ ਜਿਹੜੀਆਂ ਸਰਕਾਰਾਂ ਕੇਂਦਰ ਦੇ ਵਿੱਚ ਚਾਹੇ ਕਾਂਗਰਸ ਦੀ ਰਹੀ ਹੈ ਚਾਹੇ ਹੁਣ ਬੀਜੇਪੀ ਦੀ ਰਹੀ ਹੈ, ਜਿਵੇਂ ਤੁਸੀਂ ਪਹਿਲਾਂ ਗੱਲ ਆਖੀ ਕਿ ਜੋ ਭਾਰਤੀ ਜਨਤਾ ਪਾਰਟੀ ਨੂੰ ਕਹਿਣੀ ਚਾਹੀਦੀ ਹੈ ਉਹ ਕਾਂਗਰਸ ਦੇ ਬੁਲਾਰੇ ਕਹਿ ਰਹੇ ਆ, ਇਹਨਾਂ ਦਾ ਕਹਿਣਾ ਵਾਜਬ ਹੈ ਕਿਉਂਕਿ ਇਹਨਾਂ ਨੇ ਵੀ ਸੈਂਟਰ ਦੇ ਵਿੱਚ ਸਰਕਾਰਾਂ ਹੰਢਾਈਆਂ। ਹੋ ਸਕਦਾ ਹੈ ਗਾਹਾਂ ਨੂੰ ਇਹਨਾਂ ਨੂੰ ਸੈਂਟਰ ਦੇ ਵਿੱਚ ਇਹਨਾਂ ਨੂੰ ਵੀ ਤਾਂ ਲੱਗਦਾ ਨਾ ਕਿ ਸਾਡੀਆਂ ਪਾਵਰਾਂ ਅਗਰ ਸੈਂਟਰ 'ਚ ਅਸੀਂ ਆਉਣੇ ਆ ਤਾਂ ਸਾਡੀਆਂ। ਔਰ ਮੈਂ ਇੱਕ ਗੱਲ ਹੋਰ ਕਹਿਣਾ, ਅਰਵਿੰਦ ਕੇਜਰੀਵਾਲ ਜੀ ਨੂੰ ਹਲੇ ਹੱਥ ਪੈਂਦਾ ਦਿਖਦਾ ਨਹੀਂ ਵਾਲੀਆ ਸਾਹਿਬ। ਜੇ ਇਹਨਾਂ ਦਾ ਵੀ ਹੱਥ ਪੈਂਦਾ ਦਿਖਦਾ ਹੁੰਦਾ ਨਾ ਕਿ ਆਪਾਂ ਕੁਰਸੀ ਦੇ ਬਿਲਕੁਲ ਨੇੜੇ ਆ, ਫਿਰ ਇਹਨਾਂ ਨੇ ਵੀ 370 ਦੀ ਧਾਰਾ ਨੂੰ ਸਵਾਗਤ ਕਰਨਾ ਸੀ ਕਿ ਜੇ ਆਪਾਂ ਪ੍ਰਧਾਨ ਮੰਤਰੀ ਜਾਂ ਆਪਾਂ ਨੂੰ ਦਿੱਲੀ ਵਾਲੀ ਕੁਰਸੀ ਮਿਲਦੀ ਹੈ ਤੇ ਇਹ ਕਬਜ਼ਾ ਆਪਣੇ ਤੇ ਹੋਣਾ ਆਪਣਾ ਰਹਿਣਾ ਹੈ। ਸੋ ਵਾਲੀਆ ਜੀ ਇੱਕ ਗੱਲ ਤਾਂ ਇਹ ਹੈ ਇੱਕ ਪੱਖ, ਦੂਸਰਾ ਪੱਖ ਇਹ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਦਿੱਲੀ ਤੋਂ ਇਲਾਵਾ ਦੂਜੇ ਸੂਬਿਆਂ ਦੇ ਵਿੱਚ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਘਾਉਣ ਦੀ ਕੋਸ਼ਿਸ਼ ਕੀਤੀ ਗਈ, ਗਵਰਨਰ ਸਾਡੇ ਨਾਲ ਧੱਕਾ ਕਰ ਰਿਹਾ। ਇੱਕ ਆਪਣੇ ਆਪ ਨੂੰ ਹੈਗੀ ਤਾਂ ਇਹ ਹੁਣ ਬਣ ਗਈ ਹੈ ਨੈਸ਼ਨਲ ਪਾਰਟੀ ਤੇ ਇੱਕ ਖੇਤਰੀ ਪਾਰਟੀ ਬਣ ਕੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਆ ਕਿ ਅਸੀਂ ਹਰੇਕ ਸੂਬੇ ਦੇ ਵਿੱਚ ਖੇਤਰੀ ਪਾਰਟੀ ਵਾਲਾ ਰੋਲ ਅਦਾ ਕਰਾਂਗੇ, ਜਦੋਂ ਕਿ ਵਾਲੀਆ ਸਾਹਿਬ ਇਹ ਗੱਲ ਕਦੇ ਹੋ ਨਹੀਂ ਸਕਦੀ। ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਹੁੰਦੀਆਂ ਨੇ, ਨੈਸ਼ਨਲ ਪਾਰਟੀਆਂ ਹੁੰਦੀਆਂ ਨੇ, ਉਹਨਾਂ ਦਾ ਹਮੇਸ਼ਾ ਹੀ ਇਹ ਹੁੰਦਾ ਕਿ ਜਿਹੜੇ ਸੂਬਿਆਂ ਦੇ ਵੱਧ ਤੋਂ ਵੱਧ ਅਧਿਕਾਰ ਸੈਂਟਰ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਆ। ਅਗਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਸ ਤਰ੍ਹਾਂ ਉੱਥੇ ਬੋਲੇ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਤਾਨਾਸ਼ਾਹ ਬਿਲਕੁਲ ਸੈਂਟਰ ਦੀਆਂ ਸਰਕਾਰਾਂ ਜ਼ੋਰ ਲਾਉਂਦੀਆਂ, ਪਰੰਤੂ ਮੈਂ ਇੱਕ ਗੱਲ ਮਲਹੋਤਰਾ ਸਾਹਿਬ ਨੂੰ ਕਹਿਣੀ ਚਾਹਾਂਗਾ ਕਿ ਮਲਹੋਤਰਾ ਸਾਹਿਬ ਦਿੱਲੀ ਸਟੇਟ ਨਹੀਂ ਹੈ, ਫੁੱਲ ਸਟੇਟ ਨਹੀਂ ਆ। ਉਹਨਾਂ ਨੂੰ ਤੁਸੀਂ ਪੰਜਾਬ ਨਾਲ, ਯੂਪੀ ਨਾਲ, ਹਰਿਆਣਾ ਨਾਲ ਜਾਂ ਦੂਸਰੀਆਂ ਸਟੇਟਾਂ ਨਾਲ ਕੰਪੇਅਰ ਨਹੀਂ ਕਰ ਸਕਦੇ। ਠੀਕ ਹੈ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗਵਰਨਰ ਕਈ ਵਾਰੀ ਸੈਂਟਰ ਦੇ ਹੱਥ ਚੜ ਕੇ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ,
ਮਾੜਾ ਮੋਟਾ ਛੇੜਛਾੜ ਕਰ ਸਕਦੇ ਆ, ਪਰੰਤੂ ਇੱਕ ਫੈਡਰਲ ਢਾਂਚੇ ਵਾਸਤੇ ਚਾਹੇ ਜਿਹੜੀ ਵੀ ਸਰਕਾਰ ਹੋ, ਖੇਤਰੀ ਪਾਰਟੀ ਹੋਊਗੀ, ਉਹ ਆਪਣਾ ਸੰਘਰਸ਼ ਕਰੇਗੀ। ਇਸ ਤਰ੍ਹਾਂ ਦਾ ਕੰਮ ਨਹੀਂ ਹੋਣ ਦਿੱਤਾ ਜਾਏਗਾ। ਹਾਂ ਠੀਕ ਹੈ ਵੀ ਇੱਕ ਤੁਸੀਂ ਅੱਜ ਪਿਕਚਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਆਮ ਆਦਮੀ ਬਨਾਮ ਬੀਜੇਪੀ। ਵਾਲੀਆ ਸਾਹਿਬ ਹੋਰ ਕੁਝ ਨਹੀਂ ਹੈ, ਇਹ ਇੱਕ ਆਪਣੇ ਆਪ ਨੂੰ ਉਭਾਰਨ ਦਾ ਕੋਸ਼ਿਸ਼ ਹੈ ਕਿ ਬੀਜੇਪੀ ਨਾਲ ਟੱਕਰ ਸਿਰਫ ਅਸੀਂ ਲੈ ਸਕਦੇ ਹਾਂ, ਕਾਂਗਰਸ ਨੂੰ ਇਗਨੋਰ ਕਰਨ ਦੀ ਗੱਲ ਕਰ ਲਓ ਜਾਂ ਕੋਈ। ਇਹ ਮੇਰਾ ਜਿਹੜਾ ਹੈਗਾ ਥੋੜਾ ਹਟ ਕੇ ਵਿਚਾਰ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਆਪਾਂ ਅਗਰ ਬੈਲੈਂਸ ਕਰ ਲਈਏ ਤਾਂ ਲੋਕਾਂ ਨੂੰ ਇਹ ਲੱਗਣ ਲੱਗ ਪਏ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਟੱਕਰ ਦਾ ਹੈਗਾ ਅਗਰ ਕੋਈ ਹੈ ਤਾਂ ਅਰਵਿੰਦ ਕੇਜਰੀਵਾਲ। ਇਹ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਖਦੇ ਆ ਕਿ ਕਾਮਯਾਬ ਹੁੰਦੇ ਆ ਨਹੀਂ ਹੁੰਦੇ, ਪਰੰਤੂ ਜਿਹੜੀਆਂ ਗੱਲਾਂ ਇਹ ਚਲੋ ਕਰਕੇ ਮੋਦੀ ਨੂੰ ਕਹਿੰਦੇ ਆ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਉਹਦੇ ਨਾਲ ਲੋਕਾਂ ਨਾਲ ਕੀ ਕਰ ਰਹੇ ਆ, ਕੀ ਡਿਲੀਵਰ ਕਰ ਰਹੇ ਆ, ਉਹ ਵੀ ਤਾਂ ਦੇਖੋ ਨਾ। ਪੰਜਾਬ ਦਾ ਪੈਸਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਰਤ ਰਹੇ ਹੋ, ਉਹਦਾ ਜਹਾਜ਼ ਵਰਤ ਰਹੇ ਹੋ, ਤੇ ਹੁਣ ਪੰਜਾਬ ਦੇ ਪੈਸੇ ਨੂੰ ਪੂਰੇ ਦੇਸ਼ ਦੀ ਰਾਜਨੀਤੀ ਨੂੰ ਚਮਕਾਉਣ ਵਾਸਤੇ ਕਰ ਰਹੇ ਹੋ। ਪੰਜਾਬ ਦੇ ਵਾਸਤੇ ਜਿਹੜੇ ਬਣੇ ਹੋ, ਪੰਜਾਬ ਦਾ ਵੀ ਤਾਂ ਕੁਝ ਸੋਚੋ ਨਾ, ਪੰਜਾਬ ਦੇ ਵਿੱਚ ਕੀ ਡਿਲੀਵਰ ਕੀਤਾ ਤੁਸੀਂ, ਉਹ ਵੀ ਦੇਖੋ। ਚਲੋ ਤਾਂ ਅੱਜ ਤੁਸੀਂ ਸਭ ਨੇ ਕਿਹਾ ਹੀ ਹੈ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਟਕਰਾਅ ਕਾਰਨ ਇਹਨਾਂ ਨੂੰ ਬੈਟ ਵਧਾਉਣਾ ਪਿਆ ਕਿਉਂਕਿ ਪੈਸਾ ਉਧਰੋਂ ਆ ਨਹੀਂ ਰਿਹਾ ਤੇ ਪੈਟਰੋਲ ਮਹਿੰਗਾ ਹੋ ਗਿਆ, ਡੀਜ਼ਲ ਮਹਿੰਗਾ ਹੋ ਗਿਆ। ਉਸ ਤੋਂ ਬਾਅਦ ਹੁਣ ਕਿਸਾਨ ਕਹਿੰਦੇ ਅਸੀਂ ਐਜੀਟੇਸ਼ਨ ਕਰਾਂਗੇ, ਬਹੁਤ ਕੁਝ ਚੱਲ ਰਿਹਾ, ਉਹਦੇ ਚ ਨਿਕਲਦਾ ਬੜਾ ਕੁਛ ਹੈ। ਖੈਰ ਸਾਡੇ ਕੋਲ ਸਤਪਾਲ ਸਿੱਧੂ ਸਾਹਿਬ ਨੇ ਜਿਹੜੇ ਨਿਰਪੱਖ ਟਿੱਪਣੀ ਕਰਨਗੇ ਇਸ ਪ੍ਰੋਗਰਾਮ ਜਿਹੜੀ ਚਰਚਾ ਹੁਣ ਤੱਕ ਹੋਈ ਹੈ। ਸਿੱਧੂ ਸਾਹਿਬ। वालिया साहब, मैं एक राहत इंदौरी साहब का एक शेर है वो तो शुरू करूंगा। कहते लगेगी आग तो घर सबके आएंगे जद में, यहां अकेला मेरा मकान थोड़ी है। जदों धारा 370 तोड़ी, जदों किसानां दे एग्रीकल्चर दे उत्ते बिल लियाउण तो पहला ऑर्ਡੀਨੈਂਸ ਪਾਸ ਹੋਇਆ ਕਿ ਉਦੋਂ ਇਹ ਸਾਰੀਆਂ ਪਾਰਟੀਆਂ ਬੋਲੀਆਂ ਸੀ? ਬਿਲਕੁਲ ਨਹੀਂ ਬੋਲੀਆਂ। ਕਦੋਂ ਹੋਇਆ? ਜਦੋਂ ਦਰਦ ਸ਼ੁਰੂ ਹੋਇਆ। ਇਹ ਹੈ ਅਸਲ 'ਚ ਮੈਂ ਚਾਹੁੰਦਾ ਸੀ ਕਿ ਭਾਵੇਂ ਉਹ ਖੇਤਰੀ ਪਾਰਟੀਆਂ ਸੀਗੀਆਂ, ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ, ਉਹ ਜਾਂ ਉਹ ਪਾਰਟੀਆਂ ਭਾਵੇਂ ਨੈਸ਼ਨਲ ਪਾਰਟੀਆਂ, ਜਦੋਂ ਸਟੇਟਾਂ ਦੇ ਵਿੱਚ ਆ ਕੇ ਇਲੈਕਸ਼ਨ ਲੜਦੀਆਂ ਨੇ ਤੇ ਘੱਟੋ ਘੱਟ ਉਹ ਸਟੇਟ ਦੇ ਉਹ ਜਿਹੜੇ ਨੁਮਾਇੰਦੇ ਉੱਥੋਂ ਸਟੇਟ 'ਚੋਂ ਲੜਦੇ ਨੇ, ਉਹ ਸਟੇਟ ਦੇ ਨੁਮਾਇੰਦੇ ਨੇ। ਉਹਨਾਂ ਨੂੰ ਇਹ ਨਹੀਂ ਕਿ ਉਹ ਸਟੇਟ ਨੂੰ ਇਗਨੋਰ ਕਰਕੇ ਕੱਲੀ ਸੈਂਟਰ ਦੀ ਲੀਡਰਸ਼ਿਪ ਪਿੱਛੇ ਤੁਰੇ ਫਿਰਨ। ਉਹਨਾਂ ਨੂੰ ਆਪਦੀ ਸਟੇਟ ਦੇ ਜੋ ਪੱਖ ਨੇ ਉਹ ਰੱਖਣੇ ਵੀ ਚਾਹੀਦੇ ਨੇ, ਉਹਨਾਂ ਨੂੰ ਪ੍ਰੋਟੈਕਟ ਵੀ ਕਰਨਾ ਚਾਹੀਦਾ। ਉਦੋਂ ਲੀਡਰਸ਼ਿਪ ਕਿੱਥੇ ਭੁੱਲ ਜਾਂਦੀ ਹੈ ਕਿ ਅਸੀਂ ਇਸ ਸਟੇਟ ਦੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ, ਅਸੀਂ ਸਟੇਟ ਖਾਤਰ ਖੜਨਾ ਹੈ। ਮੈਂ ਇੱਥੇ ਕਈ ਗੱਲਾਂ ਨੇ ਜਦੋਂ ਨਹੀਂ ਬੋਲੇ। ਇਹ ਸਭ ਤੋਂ ਪਹਿਲੀ ਗੱਲ ਇਹ ਹੈ ਵਾਲੀਆ ਸਾਹਿਬ, ਇਹਨਾਂ ਨੂੰ ਮੇਰੇ ਖਿਆਲ ਪੋਲੀਟੀਸ਼ੀਅਨਸ ਨੂੰ ਜਿਹੜੇ ਖਾਸ ਕਰਕੇ ਖੇਤਰੀ ਪਾਰਟੀਆਂ ਦੇ ਪੋਲਿਟਿਕਸ ਕਰਦੇ ਨੇ, ਇਹਨਾਂ ਨੂੰ ਜੀਐਸਟੀ ਵਾਲੇ ਸਮਝ ਨਹੀਂ ਆਈ ਕਿ ਜੀਐਸਟੀ ਇੱਕ ਅਸੀਂ ਐਸੀ ਪਾਵਰ ਦੇ ਰਹੇ ਹਾਂ ਸੈਂਟਰ ਨੂੰ ਜਿਹੜਾ ਸਾਨੂੰ ਇਕਨੋਮਿਕਲੀ ਕੰਟਰੋਲ ਕਰ ਲੂਗਾ। ਇਹਨਾਂ ਨੂੰ ਉਹਦਾ ਸਮਝ ਨਹੀਂ ਲੱਗੇ। ਜੀਐਸਟੀ ਮਗਰ ਲੱਗੇ ਰਹੇ। ਉਹਨੇ ਜੀਐਸਟੀ ਬਿੱਲ ਲਿਆਂਦਾ, ਚਾਹੇ ਉਹ ਕਾਂਗਰਸ ਸੀਗੀ, ਕਾਂਗਰਸ ਵੀ ਇਹੀ ਚਾਹੁੰਦੀ ਸੀ, ਇਹੀ ਅਕਾਲੀ ਬੀਜੇਪੀ ਚਾਹੁੰਦੀ ਸੀ। ਇਹਨਾਂ ਨੇ ਜੀਐਸਟੀ ਲਿਆ ਕੇ ਇਹਨਾਂ ਨੂੰ ਇੱਕ ਵਾਰੀ ਇਕਨੋਮਿਕਲੀ ਕਾਬੂ ਕਰ ਲਿਆ। ਇਹ ਇਕਨੋਮਿਕਲੀ ਕਾਬੂ 'ਚ ਨੇ। ਅਗਲੀ ਗੱਲ ਵਾਲੀਆ ਸਾਹਿਬ, ਇਹ ਜਿਹੜਾ ਹੁਣ ਇਹ ਗੱਲ ਕਰ ਰਹੇ ਨੇ, ਮੈਨੂੰ ਕਾਂਗਰਸ ਦੇ ਬੁਲਾਰੇ ਦੀ ਗੱਲ ਮੈਨੂੰ ਦੇਖੀ ਮੈਂ, ਉਹ ਕਹਿ ਰਹੇ ਸੀ ਵੀ ਇਹ ਪੋਲੀਟੀਕਲ ਹੈ ਨਹੀਂ, ਇਹ ਸਟੇਟ ਹੈ ਨਹੀਂ, ਇਹ ਫਲਾਣਾ। ਵੀ ਤੁਸੀਂ ਇਹਦਾ ਮਤਲਬ ਇਹ ਹੋ ਗਿਆ ਕਿ ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ ਹੈ, ਚਾਹੇ ਕੋਈ ਵੀ ਪਾਰਟੀ ਹੈ, ਉਹ ਲੋਕਾਂ ਦੀਆਂ ਵੋਟਾਂ ਦਾ ਸਤਿਕਾਰ ਨਹੀਂ ਕਰਦੇ। ਜੇਕਰ ਤੁਸੀਂ ਲੋਕਾਂ ਨੂੰ ਇੱਕ ਵੋਟਾਂ ਪਾਉਣ ਦਾ ਦਿੱਲੀ 'ਚ ਅਧਿਕਾਰ ਦਿੱਤਾ ਹੈ ਤਾਂ ਉਹਨਾਂ ਵੋਟਰਾਂ ਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਜਿਹੜੇ ਨੁਮਾਇੰਦੇ ਚੁਣੇ ਨੇ, ਉਹ ਜੋ ਮਰਜ਼ੀ ਹੋਵੇ, ਉਹਨਾਂ ਨੁਮਾਇੰਦਿਆਂ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਬੰਦਸ਼ਾਂ ਨਹੀਂ ਲੱਗਣੀਆਂ ਚਾਹੀਦੀਆਂ। ਇਹੀ ਗੱਲ ਸੁਪਰੀਮ ਕੋਰਟ ਨੇ ਕਹੀ ਹੈ। ਜਦੋਂ ਤੁਸੀਂ ਕਿਸੇ ਬੰਦੇ ਨੂੰ ਵੋਟਾਂ ਦਾ ਅਧਿਕਾਰ ਦੇ ਕੇ ਉਹਦੀ ਇੱਕ ਸਰਕਾਰ ਬਣਾ ਲਈ, ਇਹਦਾ ਮਤਲਬ ਤੁਸੀਂ ਮੌਕਰੀ ਕਰ ਰਹੇ ਸੀਗੇ ਸਰਕਾਰ ਬਣਾ ਕੇ, ਲੋਕਾਂ ਨੂੰ ਬੇਵਕੂਫ ਬਣਾ ਰਹੀ ਸੀ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬੀਜੇਪੀ ਹੈ। ਇਸ ਕਰਕੇ ਇਹ ਗੱਲ ਬਹੁਤ ਜ਼ਰੂਰੀ ਹੈ। ਇਹ ਜਿਹੜੀ ਯੂਨੀਅਨ ਟੈਰੀਟਰੀ ਦਾ ਪਹਿਲਾਂ ਵੀ ਸੀ ਦਿੱਲੀ, ਤੇ ਫਿਰ ਕਾਹਦੇ ਵਾਸਤੇ? ਇਹਦਾ ਮਤਲਬ ਤੁਸੀਂ ਉਹਨਾਂ ਨਾਲ ਜਗਲਰੀ ਕੀਤੀ, ਲੋਕਾਂ ਨਾਲ, ਦਿੱਲੀ ਦੇ ਲੋਕਾਂ ਨਾਲ ਜਗਲਰੀ ਕੀਤੀ ਕਿ ਦੇਖੋ ਅਸੀਂ ਤੁਹਾਨੂੰ ਇੱਕ ਗਵਰਨਮੈਂਟ ਵੀ ਦੇ ਰਹੇ ਹਾਂ ਤੇ ਤੁਹਾਡੇ ਪੱਲੇ ਵੀ ਕੁਝ ਨਹੀਂ ਪਾ ਰਹੇ। ਦਿਸ ਇਜ਼ ਜਗਲਰੀ। ਇਹ ਨਹੀਂ ਹੋਣੀ ਚਾਹੀਦੀ ਸੀ। ਹਾਂ ਪਹਿਲਾਂ ਜਦੋਂ ਚੱਲ ਰਿਹਾ ਸੀ
ਚੱਲੀ ਜਾਣ ਦਿੰਦੇ ਉਸ ਢਾਂਚੇ ਨੂੰ? ਕਿਉਂ ਇਹਨਾਂ ਨੇ ਉਸ ਢਾਂਚੇ ਨੂੰ ਕਨਵਰਟ ਕੀਤਾ? ਫਿਰ ਇਹਦਾ ਮਤਲਬ ਤੁਸੀਂ ਇਹ ਜਿਹੜੀ ਲੋਕਾਂ ਨਾਲ ਕਾਂਗਰਸ ਵਾਲੇ ਕਹਿੰਦੇ ਨੇ ਸਿੱਧੂ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ, ਕਾਂਗਰਸ ਵੇਲੇ ਇਸ ਤਰ੍ਹਾਂ ਸਿੱਧੇ ਤੌਰ ਤੇ ਡਬਲ ਇੰਜਨ ਵਾਲੀ ਗੱਲ ਕਾਂਗਰਸ ਨੇ ਨਹੀਂ ਕੀਤੀ ਸੀ। ਇਹ ਤਾਂ ਸ਼ਰੇਆਮ ਹੀ ਕਹਿੰਦੇ ਨੇ ਕਿ ਜਿਆਦਾ ਡਬਲ ਇੰਜਨ ਦੀ ਸਰਕਾਰ ਹੈ, ਜਾਂ ਸਾਨੂੰ ਸੂਬੇ ਚ ਲਿਆਓ ਤਾਂ ਸ਼ੁਰੂ ਹੈ, ਨਹੀਂ ਫਿਰ ਦੇਖ ਦਿਓ ਜੋ ਕੁਝ ਹੁੰਦਾ। ਇਹ ਇਦੋਂ ਇਹ ਕਿਹੜੀ ਚੀਜ਼ ਹੈ ਫਿਰ? ਇਹਦਾ ਮਤਲਬ ਲੋਕਾਂ ਨੂੰ ਤੁਸੀਂ ਲਾਲਚ ਬਲੈਕਮੇਲ ਚ ਇਹ ਤਰੀਕਾ ਵਰਤਦਾ ਹੈ ਕਿ ਜੇ ਤੁਸੀਂ ਆਪਣੀ ਮਰਜ਼ੀ ਨਾਲ ਵੋਟ ਨਾ ਪਾਓ। ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀ ਵਾਲੀਆ ਸਾਹਿਬ, ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀਗਾ। ਹੁਣ ਕੀ ਹੈ ਕਿ ਹੁਣ ਬਾਂਹ ਮਰੋੜਨ ਵਾਲੀ ਗੱਲ ਚੱਲ ਪਈ ਹੈ। ਕਰਦੀ ਕਾਂਗਰਸ ਵੀ ਸੀ ਜਦੋਂ 67 ਚ ਸਰਕਾਰਾਂ ਤੋੜੀਆਂ ਲਗਾਤਾਰ, ਉਦੋਂ ਕਾਂਗਰਸ ਨੇ ਵੀ ਕੀਤਾ ਪੰਜਾਬ 'ਚ, ਹੋਰ ਸਟੇਟਾਂ 'ਚ ਵੀ ਬਹੁਤ ਸਾਰੀਆਂ 'ਚ ਕੀਤਾ। ਕਰਦੀ ਕਾਂਗਰਸ ਵੀ ਇਹੀ ਕੰਮ ਸੀਗੀ। ਲੇਕਿਨ ਇਹ ਹੁਣ ਕੰਮ ਦੀ ਜਿਹੜਾ ਕੰਮ ਹੈ ਹੁਣ ਬਹੁਤ ਜ਼ਿਆਦਾ ਵੱਧ ਗਿਆ, ਇਹ ਹੱਦਾਂ ਪਾਰ ਕਰ ਗਿਆ। ਹੁਣ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਸਰਕਾਰ ਬਣਦੀ ਹੈ ਉਹਨੂੰ ਗਵਰਨਰ ਦੇ ਰਾਹੀਂ ਕੰਟਰੋਲ ਕਰਨਾ, ਇਹ ਨਵੀਂ ਖੇਡ ਚੱਲੀ ਹੈ। ਗਵਰਨਰ ਨੂੰ ਪਾਵਰਾਂ ਜ਼ਿਆਦਾ ਦੇ ਕੇ ਇਹ ਦੇਖਦੇ ਆਪਾਂ ਸਿੱਧੂ ਸਾਹਿਬ, ਕਿਉਂਕਿ ਬ੍ਰੇਕ ਦਾ ਟਾਈਮ ਹੋ ਗਿਆ। ਸਿੱਧੂ ਸਾਹਿਬ ਮੈਂ ਦੁਬਾਰਾ ਆਉਂਗਾ, ਹੁਣ ਬ੍ਰੇਕ ਦਾ ਟਾਈਮ ਹੋ ਗਿਆ ਤੇ ਬ੍ਰੇਕ ਲੈਣੇ, ਮਿਲਦੇ ਆ ਬ੍ਰੇਕ ਤੋਂ ਬਾਅਦ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਮੇਜਰ ਮਲਹੋਤਰਾ ਸਾਹਿਬ, ਕੀ ਕਹੋਗੇ? ਕਈ ਕਿਸਮ ਦੀਆਂ ਗੱਲਾਂ ਉੱਠੀਆਂ ਨੇ ਔਰ ਕਾਂਗਰਸ ਦਾ ਖਾਸ ਤੌਰ ਤੇ ਕਹਿੰਦੀ ਹੈ ਵੀ ਐਵੇਂ ਰੌਲਾ ਪਾਇਆ ਤੁਸੀਂ, ਭਾਰਤੀ ਜਨਤਾ ਪਾਰਟੀ ਤਾਂ ਕਹਿ ਨਹੀਂ ਸੀ। ਵਾਲੀਆ ਸਾਹਿਬ, ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਸਿੱਧੂ ਸਾਹਿਬ ਦੇ ਨਾਲ ਜਦੋਂ ਉਹਨਾਂ ਨੇ ਲੋਕਾਂ ਦੀ ਮਰਜ਼ੀ ਦੀ ਇੱਜ਼ਤ ਦੀ ਗੱਲ ਕੀਤੀ ਹੈਗੀ ਹੈ। ਐਂਡ ਡੈਮੋਕ੍ਰੇਸੀ ਜਾਂ ਲੋਕਤੰਤਰ ਜਿਹੜਾ ਹੈ ਇਸੀ ਦੇ ਬਾਰੇ ਹੀ ਹੈ। ਇਟ ਇਜ਼ ਆਲ ਅਬਾਊਟ ਦਿਸ ਓਨਲੀ। ਔਰ ਜਿੱਥੇ ਤੱਕ ਦੇਖੋ ਕਾਂਗਰਸ ਦੀ ਗੱਲ ਹੈਗੀ ਹੈ, ਮੈਂ ਇਹਨਾਂ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ 1985 ਦੇ ਵਿੱਚ ਦਿੱਲੀ ਨੂੰ NCR ਦਾ ਦਰਜਾ ਕਾਂਗਰਸ ਦੀ ਸਰਕਾਰ ਨੇ ਹੀ ਦਿੱਤਾ ਸੀਗਾ। ਪਰ ਪਤਾ ਨਹੀਂ ਕਿ ਵੀ ਪੰਜਾਬ ਵਿੱਚ ਇਹ ਵਿਰੋਧ ਵਿੱਚ ਸਾਡੇ ਵਿਰੋਧੀ ਧਿਰ ਵਿੱਚ ਹੈਗੇ ਆ, ਤਾਂ ਉਸ ਦੇ ਨਾਲ ਇੰਨੇ ਯਾਨੀ ਕਿ ਦੇ ਗਾਟ ਕੈਰੀਡ ਅਵੇ ਕਿ ਇੰਨੇ ਭੁੱਲ ਗਏ ਕਿ ਬਈ ਦੇਸ਼ ਦੇ ਜਿਹੜੇ ਕੁਝ ਸਿਧਾਂਤਕ ਮਸਲੇ ਨੇ, ਵੱਡੇ ਸੰਵਿਧਾਨਕ ਮਸਲੇ ਨੇ, ਉਹਨਾਂ ਵਿੱਚ ਵੀ ਇਹ ਅੰਨ੍ਹੇਵਾਹ ਸਾਡਾ ਵਿਰੋਧ ਕਰ ਰਹੇ ਨੇ। ਔਰ ਇਸੀ ਦਾ ਨਤੀਜਾ ਹੈ ਕਿ ਦਿੱਲੀ ਵਿੱਚ ਅੱਜ ਵਿਧਾਨ ਸਭਾ 'ਚ ਇਹਨਾਂ ਦੀ ਇੱਕ ਵੀ ਸੀਟ ਨਹੀਂ ਹੈਗੀ ਔਰ MCD ਵਿੱਚ ਵੀ ਇਹਨਾਂ ਦਾ ਬੁਰਾ ਹਾਲ ਹੈਗਾ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਵਿਰੋਧ ਵੀ ਕਰਨਾ ਤਾਂ ਥੋੜਾ ਜਿਹਾ ਬੈਲੈਂਸ ਤਰੀਕੇ ਨਾਲ ਕਰੋ, ਇਸ ਤਰ੍ਹਾਂ ਅੰਨ੍ਹੇਵਾਹ ਵਿਰੋਧ ਨਾ ਕਰੋ। ਔਰ ਫਿਰ ਮਥਾਰੂ ਸਾਹਿਬ ਕਹਿ ਰਹੇ ਸੀ ਕਿ ਵੀ ਪੰਜਾਬ ਦਾ ਜਹਾਜ਼ ਵਰਤਿਆ ਜਾ ਰਿਹਾ ਹੈ। ਉਹ ਜਨਾਬ, ਪੰਜਾਬ ਦਾ ਜਹਾਜ਼ ਜੇ ਵਰਤਿਆ ਜਾ ਰਿਹਾ ਤਾਂ ਦੇਸ਼ ਦੇ ਸੰਵਿਧਾਨ ਦੀ ਰੱਖਿਆ ਲਈ ਵਰਤਿਆ ਜਾ ਰਿਹਾ ਹੈ, ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਵਰਤਿਆ ਜਾ ਰਿਹਾ ਹੈ, ਕੋਈ ਨਸ਼ੇ ਦੇ ਤਸਕਰਾਂ ਨੂੰ ਨਹੀਂ ਦਿੱਤਾ ਜਾ ਰਿਹਾ। ਔਰ ਜਿੱਥੇ ਤੱਕ ਰਾਮੂਵਾਲੀਆ ਮੈਡਮ ਕਹਿ ਰਹੇ ਸੀ ਹਾਈਵੇ ਬਣੇ, ਰੇਲ ਬਣੀ, ਹਾਈਵੇ ਤਾਂ ਜੀ ਜਦੋਂ ਪ੍ਰਧਾਨ ਮੰਤਰੀ ਉਦਘਾਟਨ ਕਰਦੇ ਨੇ ਚੌਥੇ ਦਿਨ ਹੀ ਕਰੈਕ ਪਏ ਹੁੰਦੇ ਉਹਨਾਂ ਵਿੱਚ। ਰੇਲ ਕਿਹੜੀ, ਰੇਲ ਬੇਲ ਘੇਲ ਸੇਲ ਸਾਰਾ ਕੁਝ ਵੇਚੀ ਜਾ ਰਹੇ ਹੋ ਤੁਸੀਂ। ਫਿਰ ਤੁਸੀਂ ਸਵੱਛ ਭਾਰਤ ਅਭਿਆਨ ਦੀ ਗੱਲ ਕਰਦੇ ਹੋ, ਲੋਕਾਂ ਦੇ ਢਿੱਡ ਵਿੱਚ ਰੋਟੀ ਨਹੀਂ ਜਾ ਰਹੀ, ਤੁਸੀਂ ਪਖਾਨੇ ਬਣਾਈ ਜਾਂਦੇ ਹੋ। ਫਿਰ ਤੇ ਇਕਨੋਮੀ ਦੀ ਤੁਸੀਂ ਗੱਲ ਕਰਦੇ ਹੋ। ਉਹ ਜਨਾਬ 157 ਲੱਖ ਕਰੋੜ, ਸਰ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਇਹ ਕਰੀਬ 50 ਲੱਖ ਕਰੋੜ ਸੀਗਾ ਜਦੋਂ 2014 ਵਿੱਚ ਭਾਜਪਾ ਸਰਕਾਰ ਆਈ ਹੈ। ਅੱਜ ਦੀ ਡੇਟ ਵਿੱਚ 157 ਲੱਖ ਕਰੋੜ ਦਾ ਦੇਸ਼ ਦੇ ਉੱਤੇ ਕਰਜ਼ਾ ਹੈਗਾ। ਤੁਸੀਂ ਕਿਹੜੀ ਇਕਨੋਮੀ ਦੀ ਗੱਲ ਕਰਦੇ ਹੋ? ਔਰ ਫਿਰ ਤੁਸੀਂ ਫ੍ਰੀ ਫੂਡ ਦੀ ਗੱਲ ਕਰਦੇ ਹੋ। ਉਹ ਜਨਾਬ ਜਿਹੜਾ 11 ਲੱਖ ਕਰੋੜ ਤੁਸੀਂ ਆਪਣੇ ਦੋਸਤਾਂ ਦੀ ਝੋਲੀ 'ਚ ਪਾਤਾ, ਉਹ ਤੁਸੀਂ ਭੁੱਲ ਗਏ। ਆਮ ਬੰਦਾ ਜੇ 3 ਕਿਸ਼ਤਾਂ ਨਾ ਦੇਵੇ ਉਹਦਾ ਘਰ ਵਿਕ ਜਾਂਦਾ ਹੈ। ਤੁਸੀਂ ਆਪਣੇ ਪੂੰਜੀਪਤੀਆਂ ਨੂੰ 11 ਲੱਖ ਕਰੋੜ ਦੇਸ਼ ਦਾ ਦੇਤਾ। ਔਰ ਦੇਸ਼ ਦੇ ਵਿੱਚ ਜਿਹੜਾ ਨਸ਼ਾ ਆ ਰਿਹਾ ਹੈਗਾ ਉਹਦੇ ਵਿੱਚ ਵੀ ਤੁਹਾਡੇ ਪੂੰਜੀਪਤੀਆਂ ਦਾ ਪੂਰਾ ਹੱਥ ਹੈਗਾ ਔਰ ਕੋਈ ਤੁਸੀਂ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ। ਸੋ ਸਰ, ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ, ਦੇਸ਼ ਦੇ ਲੋਕਤੰਤਰ ਨੂੰ ਖਤਰਾ ਹੈ, ਦੇਸ਼ ਦੇ ਤਾਣੇ ਬਾਣੇ ਨੂੰ ਖਤਰਾ ਹੈਗਾ। ਠੀਕ ਹੈ ਰਾਮੂਵਾਲੀਆ ਜੀ, ਠੀਕ ਹੈ ਮਲਹੋਤਰਾ ਜੀ, ਇਹਨਾਂ ਦਾ ਲੈ ਲਈਏ ਟਿੱਪਣੀ ਲੈ ਲਈਏ ਰਾਮੂਵਾਲੀਆ ਜੀ, ਭਾਰਤੀ ਜਨਤਾ ਪਾਰਟੀ। ਮਲਹੋਤਰਾ ਸਾਹਿਬ ਥੋੜਾ ਜਿਹਾ ਬੈਲੈਂਸ ਚ ਝੂਠ ਬੋਲੀਏ। ਜੋ ਤੁਸੀਂ ਤੁਹਾਨੂੰ ਤਾਂ ਸਿਰਫ ਪੰਜਾਬ ਹੀ ਸੌਂਪਿਆ, ਜੋ ਪੰਜਾਬ ਦੀ ਦੁਰਦਿਸ਼ਾ ਆਮ ਆਦਮੀ ਪਾਰਟੀ ਨੇ ਕੀਤੀ ਆ ਉਹ ਸਭ ਦੇ ਸਾਹਮਣੇ ਆ। ਨਾ ਲਾਅ ਐਂਡ ਆਰਡਰ, ਕਿੰਨੇ ਲੋਕਾਂ ਦਾ ਕਤਲ ਹੋ ਗਿਆ ਸੀ, ਇੱਕ ਲਾਅ ਐਂਡ ਆਰਡਰ ਵੀ ਨਹੀਂ ਸੰਭਾਲਿਆ ਗਿਆ ਜਿੱਤੇ ਕੋਈ ਪੈਸਾ ਨਹੀਂ ਸੀ ਲੱਗਦਾ। ਦੂਜੀ ਗੱਲ ਇਹ ਆ ਕਿ ਤੁਸੀਂ ਕੀ ਦਿੱਤਾ ਹੁਣ ਤੱਕ ਲੋਕਾਂ ਨੂੰ? ਕੁਝ ਵੀ ਨਹੀਂ ਦਿੱਤਾ। ਔਰ ਜਿਹੜੀ ਕਣਕ, ਆਟਾ, ਦਾਲਾਂ ਉੱਤੋਂ ਆਉਂਦੀਆਂ ਉਹਦੇ ਤੇ CM ਸਾਹਿਬ ਨੇ ਆਪਦੀ ਫੋਟੋ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਨਹੀਂ ਵੰਡੀਆਂ,
ਔਰ ਜਿਹੜਾ ਲੋਕਾਂ ਨੂੰ ਜਿਹੜਾ ਹੈਲਥ ਕੇਅਰ ਦੇ ਲਈ ਜਿਹੜਾ ਆਉਂਦਾ ਹੈਗਾ ਸਾਨੂੰ ਪੈਸੇ ਆਉਂਦੇ ਆ ਉਹ ਪੂਰੇ ਨਹੀਂ ਲੈ ਸਕੇ ਕਿਉਂਕਿ ਸੀਐਮ ਨੇ ਆਪਦੀ ਫੋਟੋ ਉੱਥੇ ਲਾਉਣੀ ਸੀਗੀ ਜ਼ਰੂਰੀ ਸਮਝੀ ਲੋਕਾਂ ਦਾ ਕੋਈ ਖਿਆਲ ਨਹੀਂ ਕੀਤਾ। ਆਯੁਸ਼ਮਾਨ ਭਾਰਤ ਦੇ ਪੈਸੇ ਨਹੀਂ ਦਿੱਤੇ ਗਏ ਤਾਂ ਕਿ ਲੋਕਾਂ ਦਾ ਇਲਾਜ ਹੋ ਜਾਏ 5 ਲੱਖ ਰੁਪਏ ਦਾ ਨਹੀਂ ਦਿੱਤਾ। ਮੈਂ ਹੋਰ ਗੱਲ ਕਰਨੀ ਚਾਹੁੰਦੀ ਹਾਂ ਕਿ ਇਹ ਕਹਿੰਦੇ ਤਹਿਖਾਨੇ ਤੁਸੀਂ ਦੱਸੋ ਕਿ ਇਹ ਕੋਈ ਛੋਟੀ ਗੱਲ ਹੈ? ਸਾਰੇ ਦੇਸ਼ ਦੀਆਂ ਧੀਆਂ ਭੈਣਾਂ ਆਪਦੇ ਘਰੇ ਤਹਿਖਾਨੇ 'ਚ ਜਾਣਗੀਆਂ, ਇਹ ਛੋਟੀ ਗੱਲ ਹੈ? ਲੋਕਾਂ ਦੀ ਇੱਜ਼ਤ ਦਾ ਸਵਾਲ ਆ, ਇਹ ਛੋਟੀ ਗੱਲ ਨਹੀਂ। ਆਈ ਐਮ ਸੋ ਸੌਰੀ ਕਿ ਤੁਸੀਂ ਇਹਨੂੰ ਛੋਟੀ ਗੱਲ ਕਹਿ ਰਹੇ ਹੋ। ਲੋਕਾਂ ਦੇ ਢਿੱਡ ਭਰੇ ਜਾ ਰਹੇ ਆ ਔਰ ਲੋਕਾਂ ਦੀ ਸਿਕਿਉਰਿਟੀ ਵੀ ਹੋ ਰਹੀ ਆ। ਦੇਸ਼ ਦੀਆਂ ਗਰੀਬ ਔਰਤਾਂ ਨੂੰ ਚੁੱਲ੍ਹੇ ਦੀ ਬਜਾਏ ਗੈਸ ਸਿਲੰਡਰ ਦਿੱਤਾ ਗਿਆ। ਮੈਂ ਪਹਿਲਾਂ ਤੁਸੀਂ ਗੱਲ ਕੀਤੀ ਸੀਗੀ ਕਿ ਰਾਜੀਵ ਗਾਂਧੀ ਵਾਲੀ ਤਾਂ ਤੁਸੀਂ ਕੀਤੀ ਸੀਗੀ ਟਿੱਪਣੀ ਕਿ ਰਾਜੀਵ ਗਾਂਧੀ ਕਹਿੰਦਾ ਕਿ ਚਾਈਨਾ ਬਾਰੇ। ਜਦੋਂ ਹਿੰਦੁਸਤਾਨ ਕਾਂਗਰਸ ਦੇ ਅੰਡਰ ਸੀ ਤਾਂ ਬਹੁਤ ਸਾਰਾ ਹਿੱਸਾ ਚਾਈਨਾ ਨੇ ਸਾਡਾ ਨੱਪ ਲਿਆ, ਪਰ ਇਹ ਭਾਰਤੀ ਜਨਤਾ ਪਾਰਟੀ ਹੋਈ ਆ ਜਿਨ੍ਹਾਂ ਨੇ ਗਲਵਾਨ ਦੇ ਵਿੱਚ ਚੀਨੀਆਂ ਨੂੰ ਮਾਰ ਭਜਾਇਆ ਔਰ ਆਪਣੇ ਹੱਕਾਂ ਦੀ ਰਾਖੀ ਕੀਤੀ। ਪਹਿਲਾਂ ਪਾਕਿਸਤਾਨ ਇੱਕ ਸਿੱਖ ਫੌਜੀਆਂ ਦਾ ਸਿਰ ਕੱਟ ਕੇ ਲੈ ਜਾਂਦੇ ਸੀ, ਸਰਜੀਕਲ ਸਟ੍ਰਾਈਕ ਕੀਤਾ ਤੇ ਉਹਨਾਂ ਨੂੰ ਦਿਖਾਇਆ ਕਿ ਅਸੀਂ ਹੈਗੇ, ਅਸੀਂ ਸਿਰ ਨਹੀਂ ਕੱਟਣ ਦੇਣਗੇ। ਦੂਜੀ ਗੱਲ ਕਾਂਗਰਸ ਨੇ ਬੁਲਾਰੇ ਨੇ ਜਿਹੜੀ ਗੱਲ ਕਹੀ ਆ ਉਹ ਕੋਈ ਮਾੜੀ ਨਹੀਂ ਕਹੀ। ਸ਼ੀਲਾ ਦੀਕਸ਼ਿਤ ਨੇ ਸਭ ਤੋਂ ਲੰਬਾ ਸਮਾਂ 15 ਸਾਲ ਰਾਜ ਕੀਤਾ, ਉਹ ਇਹਨਾਂ ਅਧਿਕਾਰਾਂ ਹੇਠ ਕੀਤਾ, ਉਹਦੇ ਵਿੱਚ ਕੋਈ ਗੱਲ ਨਹੀਂ ਸੀ, ਸੇਮ ਅਧਿਕਾਰਾਂ ਹੇਠ ਕੀਤਾ। ਹੁਣ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਅੱਚ ਵੀ ਲੱਗੀ ਹੈ ਕਿਉਂਕਿ ਉੱਪਰ ਉਹਨਾਂ ਦੀ ਸਰਕਾਰ ਨਹੀਂ ਆ, ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ। ਫਿਰ ਇਸ ਤਰ੍ਹਾਂ ਮੈਂ ਇੱਕ ਹੋਰ ਗੱਲ ਦੱਸ ਦਿੰਦੀ ਹਾਂ ਕਿ ਪ੍ਰਧਾਨ ਮੰਤਰੀ ਜੀ ਗੁਣਾ ਦੀ ਗੁਥਲੀ ਆ। ਅਰਵਿੰਦ ਕੇਜਰੀਵਾਲ ਜੀ ਜਿੰਨਾ ਮਰਜ਼ੀ ਕਹੀ ਜਾਣ ਔਰ ਭਗਵੰਤ ਮਾਨ ਜੀ ਅਜੇ ਵੀ ਸੋਚਦੇ ਆ ਕਿ ਜੋ ਕੀ ਕਰ ਰਹੇ ਆ ਉਹ ਸ਼ੁਗਲ ਕਰ ਰਹੇ ਆ ਔਰ ਕੋਈ ਸੀਰੀਅਸ ਪੋਲਿਟਿਕਸ ਨਹੀਂ ਕਰਦੇ। ਔਰ ਤੀਜੀ ਗੱਲ ਆਮ ਆਦਮੀ ਪ੍ਰਵਕਤਾ ਨੇ ਕਿਹਾ ਕਿ ਜੇ ਹਵਾਈ ਜਹਾਜ਼ ਯੂਜ਼ ਕਰ ਲੈ, ਤੁਹਾਡੇ ਤਾਂ ਭਾਈ ਹਵਾਈ ਜਹਾਜ਼ ਨਹੀਂ ਗੇ, ਉਹ ਸਾਡੇ ਹਵਾਈ ਜਹਾਜ਼ ਆ, ਸਾਡੇ ਪੈਸਿਆਂ ਦੇ ਬਣੇ ਆ, ਪੰਜਾਬ ਦੀ ਜਨਤਾ ਦੇ ਪੈਸਿਆਂ ਦੇ ਆ। ਅਰਵਿੰਦ ਕੇਜਰੀਵਾਲ ਨੂੰ ਕੀ ਅਧਿਕਾਰ ਹੈ ਕਿ ਜਾ ਕੇ ਦੂਜੀਆਂ ਸਟੇਟਾਂ 'ਚ ਆਪਦਾ ਪ੍ਰਧਾਨ ਮੰਤਰੀ ਬਣ ਲਈ ਸਾਡੇ ਹੈਲੀਕਾਪਟਰ ਯੂਜ਼ ਕਰੇ? ਕੋਈ ਅਧਿਕਾਰ ਨਹੀਂ ਹੈ। ਸੀਐਮ ਵੀ ਸਾਡਾ ਹੀ ਆ, ਉਹਨੂੰ ਸਾਡੇ ਪੰਜਾਬ ਲਈ। ਜੀ ਰਾਮੂਵਾਲੀਆ ਜੀ, ਤੁਸੀਂ ਆਪਦਾ ਪੱਖ ਰੱਖਿਆ। ਨਰਵਾਲ ਸਾਹਿਬ, ਤੁਸੀਂ ਪਹਿਲਾਂ ਵੀ ਕੁਝ ਕਹਿਣਾ ਚਾਹੁੰਦੇ ਸੀ ਤੇ ਹੁਣ ਤੁਸੀਂ ਕਹਿ ਸਕਦੇ ਹੋ, ਤੁਹਾਡੀ ਟਰਨ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਹੈ ਤੁਸੀਂ ਕਿਹਾ ਕਿ ਜੋ ਬੀਜੇਪੀ ਦੇ ਪ੍ਰਵਕਤਾ ਰੱਖਣੀ ਚਾਹੀਦੀ ਸੀ ਉਹ ਨਰਵਾਲ ਸਾਹਿਬ ਰੱਖ ਰਹੇ ਨੇ। ਦੇਖੋ, ਮੈਂ ਗੱਲ ਕਰਦਾ ਫੈਕਟਸ ਤੇ, ਮੈਂ ਗੱਲ ਕਰਦਾ ਜਿਹੜਾ ਸੰਵਿਧਾਨ ਦੀ ਰੌਲਾ ਪਾ ਰਹੇ ਨਾ ਖਤਰੇ ਦੇ ਵਿੱਚ ਹੈ, ਮੈਂ ਉਹਨਾਂ ਚੀਜ਼ਾਂ ਦੀ ਫੈਕਟਸ ਦੀ ਗੱਲ ਕਰਦਾ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਦਿੱਲੀ ਕੋਲ ਅੱਜ ਵੀ ਸਟੇਟਸ NCR ਦਾ ਨੈਸ਼ਨਲ ਕੈਪੀਟਲ ਰੀਜਨ ਦਾ ਹੈ ਤੇ ਦਿੱਲੀ ਅੱਜ ਵੀ UT ਹੈ। ਦਿੱਲੀ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਅਧਿਕਾਰ ਦਿੱਤੇ ਨੇ, ਕੋਈ ਵੀ ਜਿਹੜੇ CM ਸਾਹਿਬ ਨੂੰ ਅਧਿਕਾਰ ਨੇ ਉੱਥੇ, ਉਹਨਾਂ ਅਧਿਕਾਰਾਂ ਖੇਤਰਾਂ ਹੇਠ ਹੀ ਦਿੱਲੀ ਪਹਿਲਾਂ ਤਰੱਕੀ ਕਰਦੀ ਆਈ ਹੈ। ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਦੇਖੋ ਤੁਸੀਂ ਠੀਕ ਹੈ, ਤੁਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਹੋ, ਸੁਪਰੀਮ ਕੋਰਟ ਦੇ ਹਾਇਰਿੰਗ ਹੋਈ ਹੈ, ਉਹਦੇ ਵਿੱਚ ਆਦੇਸ਼ ਆਏ ਨੇ, ਉਸ ਦੇ ਵਿੱਚ ਹੀ ਪੈਰੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੈਰਾ 9 ਦੇ ਵਿੱਚ ਕਿ ਤੁਸੀਂ ਜਿਹੜਾ ਹੈਗਾ ਹੈ ਕਿ ਸੈਂਟਰ ਗਵਰਨਮੈਂਟ ਨੂੰ ਜੇ ਲੱਗਦਾ ਹੈ ਕਿ ਉਹਨੂੰ ਕੁਝ ਅਮੈਂਡਮੈਂਟਸ ਕਰਨੀਆਂ ਚਾਹੀਦੀਆਂ, ਕਿਉਂਕਿ ਸਮਝਣ ਦੀ ਲੋੜ ਹੈ ਕਿ ਦਿੱਲੀ ਨੈਸ਼ਨਲ ਕੈਪੀਟਲ ਰੀਜਨ ਹੈ। ਉਹਦੇ ਵਿੱਚ ਜੇ ਦਿੱਲੀ ਦੇ ਵਿੱਚ ਲੋਕਾਂ ਦੇ ਹੱਕਾਂ ਦੇ ਲਈ ਸਰਕਾਰ ਬਣਾਈ ਸੀ, ਜੇ ਲੋਕਾਂ ਨੂੰ ਤੰਗੀਆਂ ਆਉਂਦੀਆਂ ਸੀਗੀਆਂ ਤਾਂ ਲੋਕਾਂ ਦੀ ਨੇੜੇ ਤੋਂ ਹੋ ਕੇ ਲੋਕਾਂ ਦੀ ਸਿਹਤ ਨੂੰ ਦੇਖਣ ਦੇ ਲਈ, ਲੋਕਾਂ ਦੀ ਸਕੂਲਿੰਗ ਨੂੰ ਦੇਖਣ ਦੇ ਲਈ ਜਿਹੜੀ ਉੱਥੇ ਸਰਕਾਰ ਬਣਾਈ ਗਈ ਸੀ, ਉਹ ਸਰਕਾਰ ਦਿੱਲੀ ਦਾ ਕੰਮਕਾਜ ਪਹਿਲਾਂ ਦੇਖਦੀ ਆਈ ਹੈ। ਪਹਿਲਾਂ ਸਰਕਾਰਾਂ ਨੇ ਕੰਮਕਾਜ ਦੇਖਿਆ ਨਹੀਂ। ਇਹਦਾ ਇਸ ਤਰੀਕੇ ਨਾਲ ਗੱਲ ਕਰ ਰਿਹਾ ਜਿੱਦਾਂ ਜਦੋਂ ਅਰਵਿੰਦ ਕੇਜਰੀਵਾਲ ਜੀ ਆਏ ਨੇ ਉਦੋਂ ਦਿੱਲੀ ਕਿਤੇ ਫਰੰਗੀਆਂ ਦੇ ਕੋਲੋਂ ਆਜ਼ਾਦ ਹੋਈ ਹੋਵੇ। ਇਹ ਤਾਂ ਇਹ ਗੱਲ ਕਰ ਰਹੇ ਨੇ ਕਿ ਦਿੱਲੀ ਦਾ ਇਹਨਾਂ ਨੇ ਵੱਖਰਾ ਸੰਵਿਧਾਨ ਲੈ ਕੇ ਜਾਣਾ, ਉਸ ਚੀਜ਼ ਦੀ ਗੱਲ ਕਰਨ ਦੀ ਗੱਲ ਕਰ ਰਹੇ ਨੇ। ਸੋ ਦਿੱਲੀ ਇਸ ਦੇਸ਼ ਦਾ ਚਲੋ ਠੀਕ ਹੈ, ਦੇਸ਼ ਦਾ ਦਿਲ ਹੈ। ਦੇਖੋ ਚਲੋ ਜੇ ਕੋਈ ਨਵਾਂ, ਜੇ ਦੇਖੋ ਗੱਲ ਇਹ ਆਪਾਂ ਰਿਪੀਟ ਨਾ ਕਰੀਏ। ਨਹੀਂ, ਗੱਲ ਰਿਪੀਟ ਜੀ, ਜੇ ਕੋਈ ਨਵਾਂ ਤਰਕਾ ਦਿਓ, ਪਹਿਲਾਂ ਆਪਾਂ ਇਹ ਗੱਲ ਕਰ ਚੁੱਕੇ ਹਾਂ। ਹਾਂਜੀ ਦੱਸੋ। ਜਿਹੜਾ ਨਵਾਂ ਤਰਕ ਇਸੇ ਗੱਲ ਦਾ ਤਰਕ ਹੈ ਕਿ ਕਾਂਗਰਸ ਇਹਨਾਂ ਦਾ ਕਿਉਂ ਸਮਰਥਨ ਦੇਵੇ। ਜਿੱਦਣ ਰਾਜੀਵ ਗਾਂਧੀ ਜੀ ਦਾ ਭਾਰਤ ਰਤਨ ਨੂੰ ਕੈਂਸਲ ਕਰਨ ਦੀ ਗੱਲ ਹੋਈ, ਆਰਡੀਨੈਂਸ ਲਿਆਇਆ, ਆਮ ਆਦਮੀ ਨੇ ਕੀਤਾ ਕਿ ਸਮਰਥਨ ਕਿ ਨਹੀਂ ਕੀਤਾ ਉਸ ਚੀਜ਼ ਦਾ ਸਮਰਥਨ? ਅੱਜ ਪੁਤਿਨ ਦੀ ਗੱਲ ਹੋ ਰਹੀ ਹੈ, ਤੁਸੀਂ ਜਿਹੜਾ ਨੈਸ਼ਨਲ ਨੂੰ ਲੈ ਕੇ ਇੰਟਰਨੈਸ਼ਨਲ ਪੋਲਿਟਿਕਸ ਤੱਕ ਜਾ ਰਹੇ ਹੋ। ਕੀ ਗੱਲ ਰਸ਼ੀਆ ਦੇ ਸੰਬੰਧ ਭਾਰਤ ਦੇ ਨਾਲ ਮਾੜੇ ਆ? ਕੀ ਗੱਲ ਰਸ਼ੀਆ ਦੇ ਨਾਲ ਭਾਰਤ ਵਪਾਰ ਨਹੀਂ ਕਰਦਾ?
ਕਿਹੜੀਆਂ ਗੱਲਾਂ ਕਰ ਰਹੇ ਹੋ? ਸਾਡੇ ਤਾਂ ਮੈਨੂੰ ਸਮਝ ਲੱਗਦਾ ਮੁੱਖ ਮੰਤਰੀ ਸਾਹਿਬ ਪਹਿਲਾਂ ਕੰਟਰੀ 'ਚ ਬੜੇ, ਹੁਣ ਕੰਟਰੀ ਤੋਂ ਆਊਟ ਆਫ ਕੰਟਰੀ ਜਾਣ ਦੀ ਗੱਲ ਕਰ ਰਹੇ। ਠੀਕ ਹੈ, ਤੁਸੀਂ ਇਲੈਕਸ਼ਨ ਦੇ ਵਿੱਚ ਉਤਰਨਾ ਤੁਸੀਂ ਉਤਰੋ, ਪਰ ਇੰਨਾ ਵੀ ਕੁਫਰ ਨਾ ਤੋਲੋ ਜਿਹੜਾ ਤੁਹਾਨੂੰ ਸਾਂਭਣਾ ਮੁਸ਼ਕਲ ਹੋਵੇ। ਕਾਂਗਰਸ ਠੀਕ ਹੈ ਡਰਵਾਲ ਸਾਹਿਬ, ਤੁਸੀਂ ਜਿਹੜੇ ਤਰਕ ਦੀ ਗੱਲ ਕੀਤੀ ਸੀ, ਮੈਂ ਉਸ ਨੂੰ ਫਿਰ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਕੁਝ ਸੋਚ ਕੇ ਫੈਸਲਾ ਕੀਤਾ ਸੀ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਉਹਨੂੰ ਥੋੜੇ ਬਹੁਤੇ ਜਿਹੜੇ ਉਹ ਅਧਿਕਾਰ ਦੇ ਦੇਣੇ ਚਾਹੀਦੇ ਨੇ। ਹੁਣ ਸੁਪਰੀਮ ਕੋਰਟ ਦਾ ਫੈਸਲਾ ਪਲਟਿਆ ਗਿਆ, ਇਹ ਗੱਲ ਮੰਨਣੀ ਪੈਗੀ। ਕੇਐਸ ਮਠਾਰੂ ਸਾਹਿਬ। ਵਾਲੀਆ ਸਾਹਿਬ, ਜਿਹੜੀ ਮੈਂ ਜਹਾਜ਼ ਵਾਲੀ ਗੱਲ ਕੀਤੀ ਸੀ ਉਹ ਇਸ ਕਰਕੇ ਕੀਤੀ ਸੀ ਕਿ ਪੰਜਾਬ ਦਾ ਪੈਸਾ ਜਿਹੜਾ ਹੈਗਾ ਉਹ ਬਾਹਰ ਦੇ ਦੂਜੇ ਸੂਬਿਆਂ ਦੇ ਵਿੱਚ ਨਾ ਵਰਤਿਆ ਜਾਵੇ। ਮਲਹੋਤਰਾ ਸਾਹਿਬ ਨੂੰ ਚੰਗੀ ਨਹੀਂ ਲੱਗੀ, ਚਲੋ ਮੈਨੂੰ ਇਸ ਚੀਜ਼ ਨਾਲ ਨਹੀਂ ਫਰਕ ਪੈਂਦਾ। ਜਿਹੜਾ ਅੱਜ ਦਾ ਆਪਣਾ ਵਿਸ਼ਾ ਉਹ ਵਿਸ਼ਾ ਇਹ ਆ ਕਿ ਪੰਜਾਬ ਜਿਹੜਾ ਬਾਹਰਲੀਆਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲ ਦੀ, ਇਹ ਵਿਸ਼ਾ ਆਪਣਾ। ਮੈਂ ਗੱਲ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਦਿੱਲੀ ਦੇ ਅਧਿਕਾਰਾਂ ਦੇ ਵਿੱਚ ਕੋਈ ਇੰਟਰਫੇਰੈਂਸ ਹੁੰਦੀ ਆ, ਇਹਨਾਂ ਨੂੰ ਉਦੋਂ ਹੀ ਕਿਉਂ ਮਿਰਚਾਂ ਲੱਗਦੀਆਂ ਨੇ? ਜਦੋਂ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦਿੱਲੀ ਤੋਂ ਅਮਿਤ ਸ਼ਾਹ ਦਾ ਬੰਦਾ ਲਿਆ ਕੇ ਲਾਇਆ ਜਾਂਦਾ ਹੈ, ਉਦੋਂ ਭਗਵੰਤ ਮਾਨ ਕਿਉਂ ਨਹੀਂ ਬੋਲਦੇ? ਆਮ ਆਦਮੀ ਪਾਰਟੀ ਕਿਉਂ? ਜਦੋਂ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਹੈ ਜਿਹੜੀ ਦਿੱਲੀ ਤੋਂ ਲਿਆ ਕੇ ਜਾਂਦੀ ਹੈ, ਉਦੋਂ ਕਿਉਂ ਨਹੀਂ? ਜਦੋਂ ਪੰਜਾਬ ਦੇ ਪਾਣੀਆਂ ਦੇ ਵਾਸਤੇ ਹਿਮਾਚਲ ਨੂੰ ਜਿਵੇਂ ਮਰਜ਼ੀ ਪਾਣੀ ਲੈਣ ਉਹ ਲੈਟਰ ਲਿਖਿਆ ਜਾਂਦਾ ਹੈ ਸੈਂਟਰ ਸਰਕਾਰ ਵੱਲੋਂ, ਉਦੋਂ ਭਗਵੰਤ ਮਾਨ ਕਿਉਂ ਨਹੀਂ ਬੋਲਦੇ? ਜਦੋਂ ਪੰਜਾਬ ਦੇ ਹੋਰ ਅਧਿਕਾਰਾਂ ਦੇ ਉੱਪਰ ਡਾਕੇ ਵੱਜਦੇ ਉੱਥੇ ਭਗਵੰਤ ਮਾਨ ਕਿਉਂ ਨਹੀਂ ਬੋਲਦੇ? ਉਦੋਂ ਦਾ ਗੁਲਦਸਤਾ ਲੈ ਕੇ ਅਮਿਤ ਸ਼ਾਹ ਕੋਲੇ ਚਲੇ ਜਾਂਦੇ। ਪਰੰਤੂ ਦਿੱਲੀ ਜਦੋਂ ਮਨੀਸ਼ ਸਿਸੋਦੀਆ ਫੜਿਆ ਗਿਆ, ਇਹ ਜਾ ਕੇ ਸਾਰੇ ਪੰਜਾਬ ਦੀ ਆਮ ਆਦਮੀ ਪਾਰਟੀ ਉੱਥੇ ਧਰਨਾ ਲਾਉਂਦੀ ਆ। ਜਦੋਂ ਦਿੱਲੀ ਦੇ ਕਿਸੇ ਲੀਡਰ ਦੇ ਉੱਪਰ ਜਾਂ ਦਿੱਲੀ ਦੇ ਕਿਸੇ ਅਧਿਕਾਰ ਦੇ ਉੱਪਰ ਕੋਈ ਗੱਲ ਆਉਂਦੀ ਹੈ, ਫਿਰ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਜਾ ਕੇ ਉੱਤੇ ਸਾਨੇ ਮਲਹੋਤਰਾ ਸਾਹਿਬ ਵੀ ਜਾਂਦੇ ਆ। ਪਰੰਤੂ ਜਦੋਂ ਪੰਜਾਬ ਦੇ ਹੱਕ ਦੀ ਗੱਲ ਆਉਂਦੀ ਹੈ, ਉਦੋਂ ਇਹ ਕਹਿੰਦੇ ਆ ਪੰਜਾਬ ਵਾਲੇ ਤਾਂ ਚੋਰ ਹੈ ਜੀ। ਆਪਣੇ ਵਾਲਿਆਂ ਨੂੰ ਵੀ ਕਹਿੰਦੇ ਆ, ਵਿਜੇ ਸਿੰਗਲਾ ਵੀ ਕਹਿੰਦੇ ਆ ਚੋਰ ਹੈ ਜੀ। ਇੱਥੋਂ ਵਾਲਾ ਜਿਹੜਾ ਸਾਡੇ ਮੰਤਰੀ ਐਮਐਲਏ ਫੜੇ ਜਾਂਦੇ ਉਹ ਸਾਰੇ ਚੋਰ ਆ ਪੰਜਾਬ ਦੇ, ਤੇ ਦਿੱਲੀ ਵਾਲੇ ਸਾਧ ਹੈ। ਗੱਲ ਮੇਰੀ ਸਿਰਫ ਇੰਨੀ ਪੁੱਛਣੀ ਆ ਮੈਂ ਮਲਹੋਤਰਾ ਸਾਹਿਬ ਨੂੰ, ਮੇਰਾ ਇਹੀ ਸਵਾਲ ਹੈ ਕਿ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਦੋਂ ਆਮ ਆਦਮੀ ਪਾਰਟੀ ਬੋਲਦੀ ਨਹੀਂ ਹੈ, ਜਦੋਂ ਦਿੱਲੀ ਦੀ ਗੱਲ ਆਉਂਦੀ ਆ ਇੰਨਾ ਕਿਉਂ ਆਪਾਂ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਆ? ਮੈਂ ਤਾਂ ਸਿਰਫ ਇੰਨਾ ਕੁ ਸਵਾਲ ਹੈ। ਜਹਾਜ਼ ਤੁਸੀਂ ਲੈ ਜਾਓ, ਸਾਹਿਬ ਆ ਗਈ ਗੱਲ ਤੁਹਾਡੀ, ਤੁਹਾਡਾ ਪੱਖ ਆ ਗਿਆ। ਲਾਸਟ ਟਿੱਪਣੀ ਲੈ ਲਈਏ ਤੇ ਸਤਪਾਲ ਸਿੱਧੂ ਹੋਰਾਂ ਦੀ। ਵਾਲੀਆ ਸਾਹਿਬ, ਮੈਂ ਪਹਿਲਾਂ ਵੀ ਟਿੱਪਣੀ ਕਰ ਰਿਹਾ ਸੀ, ਉਦੋਂ ਵਿੱਚੋਂ ਬ੍ਰੇਕ ਆ ਗਈ। ਗੱਲ ਇਹ ਹੈ ਵਾਲੀਆ ਸਾਹਿਬ, ਅਸਲ 'ਚ ਕੀ ਹੈ ਵੀ ਜਿਹੜੀਆਂ ਸਟੇਟ ਜਿਹੜੇ ਅੱਜ ਕੱਲ ਰੱਖਿਆ ਹੈ, ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉੱਥੇ ਇਕੱਠੀਆਂ ਵੀ ਹੋਈਆਂ ਉਹਨਾਂ ਦਾ ਇੱਕ ਮੇਰਾ ਸਵਾਲ ਹੈ ਕਿ ਕੀ ਇਹ ਜਦੋਂ ਇਲੈਕਸ਼ਨ ਆਊਗੀ, ਜਦੋਂ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਖੜੇ ਕਰਨੇ ਹੋਣਗੇ, ਕਿ ਉੱਥੇ ਇਹਨਾਂ 'ਚੋਂ ਕਿਹੜੀ ਪਾਰਟੀ ਹੈ ਜਿਹੜੀ ਕੁਰਬਾਨੀ ਕਰੂਗੀ ਮੁਲਕ ਖਾਤਰ? ਕੀ ਕੁਰਬਾਨੀ ਕਰੂਗੀ? ਜਿੱਥੇ ਇੱਕ ਕੈਂਡੀਡੇਟ ਖੜਾ ਹੋਇਆ ਉੱਥੇ ਦੂਜੀਆਂ ਪਾਰਟੀਆਂ ਆਪਦੇ, ਉਹ ਪਾਰਟੀ ਕਹੂਗੀ ਮੈਂ ਆਪਦਾ ਕੈਂਡੀਡੇਟ ਨਹੀਂ ਖੜਾ ਕਰਦੀ। ਕੌਣ ਕਰੂਗਾ ਕੁਰਬਾਨੀ? ਕੁਰਬਾਨੀ ਕਰਨੀ ਜ਼ਰੂਰੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੁਲਕ ਨੂੰ ਬਚਾਉਣਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਇਹ ਕਰਨਾ ਹੈ, ਫਿਰ ਇੱਕ ਪਾਰਟੀ ਆਪਦੇ ਵਿੱਚ ਕੁਰਬਾਨੀ ਕਰੇ। ਉਹ ਜਿਹੜੀਆਂ ਪਾਰਟੀਆਂ ਉੱਥੇ ਇਕੱਠੀਆਂ ਹੋਈਆਂ ਨੇ ਉਹ ਦੱਸਣ ਵੀ ਕਿਹੜੀ ਪਾਰਟੀ ਕਿਹੜੇ ਵਾਸਤੇ ਕੁਰਬਾਨੀ ਕਰੂਗੀ ਕਿ ਅਸੀਂ ਆਪਦੇ ਸਟੇਟ ਖਾਤਰ, ਆਪਦੇ ਮੁਲਕ ਖਾਤਰ ਅਸੀਂ ਆਪਦੀਆਂ ਗੱਦੀਆਂ ਸੀਟਾਂ ਛੱਡਦੇ ਹਾਂ ਤਾਂ ਕਿ ਇਸ ਗੱਲ ਨੂੰ ਅਸੀਂ ਫਾਈਟ ਦੇ ਸਕੀਏ, ਅਸੀਂ ਲੜ ਸਕੀਏ। ਪਰ ਨਹੀਂ, ਉਦੋਂ ਕੁਝ ਗੱਲਾਂ ਹੋਰ ਹੋਣਗੀਆਂ, ਉਹ ਮੈਂ ਤੁਹਾਨੂੰ ਪਤਾ ਹੀ ਹੈ ਕਿਦਾਂ ਲੜਨਗੇ ਇਹ। ਲੇਕਿਨ ਇਹ ਗੱਲਾਂ ਜਿਹੜੀਆਂ ਨੇ ਸਿਰਫ ਮੈਂ ਜੋ ਸਮਝਦਾ ਕਿ ਅੱਜ ਆਮ ਆਦਮੀ ਪਾਰਟੀ ਨੇ ਜੋ ਇਕੱਠ ਕੀਤਾ ਜਾਂ ਕੁਝ ਕੀਤਾ, ਜੋ ਸੰਵਿਧਾਨ ਨੂੰ ਬਚਾਉਣ ਦੀ ਗੱਲ ਕੀਤੀ ਹੈ, ਉਹਦੇ ਵਿੱਚ ਜ਼ਿਆਦਾ ਦਰਦ ਉਹਨਾਂ ਦਾ ਆਪਦਾ ਝਲਕਦਾ ਹੈ। ਦੂਜਿਆਂ ਦੇ ਦਰਦ ਵੇਲੇ ਉਹ ਨਹੀਂ ਬੋਲੇ। ਬਿਲਕੁਲ ਠੀਕ ਕਹਿ ਰਹੇ ਨੇ ਮਠਾਰੂ ਸਾਹਿਬ ਵੀ ਠੀਕ ਕਹਿ ਰਹੇ ਨੇ। ਦੂਜਾ ਜਦੋਂ ਤੁਹਾਡੇ ਉੱਤੇ ਇਦਾਂ ਦੇ ਦਰਦ ਹੁੰਦੇ, ਮੈਂ ਇੱਕ ਗੱਲ ਹੋਰ ਜ਼ਰੂਰੀ ਕਹਿਣੀ ਚਾਹੁੰਦਾ ਸੀਗਾ। ਭੈਣ ਜੀ ਨੇ ਇੱਕ ਗੱਲ ਕਹੀ ਵੀ ਅਸੀਂ ਅੱਜ ਵੀ ਫ੍ਰੀ ਰਾਸ਼ਨ ਦੇ ਰਹੇ ਹਾਂ। ਭੈਣ ਜੀ, ਜੇ ਤੁਸੀਂ 45 ਕਰੋੜ ਨੂੰ ਜਾਂ 40 ਕਰੋੜ ਨੂੰ ਫ੍ਰੀ ਰਾਸ਼ਨ ਦੇ ਰਹੇ ਹੋ, ਐਡਮਿਟ ਕਰੋ ਕਿ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਹੈ। ਲੋਕਾਂ ਕੋਲੇ ਇੰਨੇ ਪੈਸੇ ਨਹੀਂ ਹੈਗੇ ਜੋ ਆਪਦੀ ਰੋਟੀ ਲੈ ਕੇ ਖਾ ਸਕਣ। ਜੇ ਉਹ ਆਪਦੀ ਰੋਟੀ ਆਪ ਖਾ ਸਕਦੇ, ਉਹ ਹੋਰ ਸਹੂਲਤਾਂ ਮੰਗਦੇ ਤੁਹਾਡੇ ਤੋਂ। ਮੈਂ ਥੋੜੀ ਤਬਦੀਲੀ ਕਰਦਾ, 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦਿੱਤਾ ਜਾ ਰਿਹਾ ਹੈ। 80 ਕਰੋੜ ਵਾਲੀਆ ਸਾਹਿਬ, ਉਹ 80 ਕਰੋੜ ਜਿਹੜਾ ਸੀਗਾ ਉਹ ਜਦੋਂ ਕੋਵਿਡ ਸੀਗਾ ਉਦੋਂ ਸੀ। ਹੁਣ ਇਹ ਕਹਿੰਦੇ ਨੇ ਵੀ ਘਟਾਤਾ, ਅਸੀਂ ਆਪ ਹੀ ਕਹੀ ਜਾਂਦੇ ਨੇ ਵੀ ਅਸੀਂ ਘਟਾਤਾ, 80 ਕਰੋੜ ਤੋਂ ਥੱਲੇ ਲਿਆ ਏ, 40-45 ਕਰੋੜ ਨੂੰ ਦੇ ਰਹੇ ਆ ਹੁਣ। ਲੇਕਿਨ ਉਹੀ ਗੱਲ, ਜਦੋਂ ਤੱਕ ਕੋਈ ਹੋਰ ਪਾਰਟੀ ਦਿੰਦੀ ਹੈ, ਕੋਈ ਫ੍ਰੀ ਚੀਜ਼ ਦਿੰਦੀ ਹੈ, ਉਹ ਤਾਂ ਫ੍ਰੀ ਬੀਜ ਨੇ। ਜਦੋਂ ਅਸੀਂ ਦੇਣਾ ਉਦੋਂ ਇਹ ਸਹਾਇਤਾ ਹੈ। ਇਹ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ
ਕਿ ਅਸੀਂ ਐਦਾਂ ਹਿੰਦੁਸਤਾਨ ਦੀ ਤਰੱਕੀ ਦੀ ਗੱਲ ਕਰਦੇ। ਮੈਂ ਇਹਨਾਂ ਨੂੰ ਹੋਰ ਗੱਲ ਦੱਸਣੀ ਚਾਹੁੰਦਾ। ਆ ਹੁਣੇ ਗੱਲ ਹੋ ਰਹੀ ਸੀ ਵੀ ਰਸ਼ੀਆ ਦਾ, ਰਸ਼ੀਆ ਨਾਲੋਂ ਕਈ ਗੁਣਾ ਵੱਧ ਵਪਾਰ ਸਾਡਾ ਚਾਈਨਾ ਨਾਲ ਚੱਲਦਾ ਹੈ। ਦੱਸਣ ਕਿ ਚਾਈਨਾ ਨਾਲ ਸਾਡੀ ਫਰੈਂਡਲੀ ਆ ਅਸੀਂ। ਔਰ ਜੇ ਕਹਿਣ ਦਾ ਮੈਂ ਫਿਗਰ ਦੇ ਦੇਣਾ, ਕਿੰਨੇ ਲੱਖ ਕਰੋੜ ਦਾ ਬਿਜ਼ਨਸ ਡੇਲੀ ਕਰਦੀਆਂ ਨੇ ਫਰਮਾਂ। ਉਹ ਇੱਕ ਦੋ ਧਾਰੀ ਗੱਲ ਨਾ ਕਰੋ, ਇੱਕੋ ਗੱਲ ਕਰੋ। ਪੋਲੀਟੀਕਲ ਕੈਰੀਅਰ ਕੁਝ ਹੋਰ ਚੀਜ਼ ਹੁੰਦੀ ਹੈ। ਲੋਕਾਂ ਦੇ ਸਾਹਮਣੇ ਜਦੋਂ ਪੱਖ ਰੱਖਣਾ ਹੈ ਉਦੋਂ ਸਪਸ਼ਟ ਪੱਖ ਰੱਖੋ ਕਿ ਹਾਂ ਅਸੀਂ ਚਾਈਨਾ ਨਾਲ ਵੀ ਵਪਾਰ ਕਰਦੇ ਹਾਂ, ਭਾਵੇਂ ਅਸੀਂ ਚਾਈਨਾ ਨੇ ਸਾਡੇ ਨਾਲ ਧੱਕੇ ਕੀਤੇ ਨੇ, ਅਸੀਂ ਉਹਦੇ ਬਾਵਜੂਦ ਵੀ ਵਪਾਰ ਕਰਨਾ, ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਆਪਦੇ ਮੁਲਕ। ਦੂਸਰੀ ਗੱਲ, ਇੱਕ ਮੈਨੂੰ ਹੋਰੋਂ ਹੈਰਾਨਗੀ ਹੈ ਕਿ ਜਿਹੜੀ ਵੀ ਸਟੇਟ ਉੱਠਦੀ ਹੈ ਅਸੀਂ ਡਿਵੈਲਪਮੈਂਟ ਕੀਤੀ। ਮੈਨੂੰ ਇਹ ਦੱਸੋ 1947 ਚ ਸਾਡੇ ਕੋਲ ਸੀ ਕੀ? ਮੈਂ ਇਹ ਨਹੀਂ ਕਾਂਗਰਸ ਦੀ ਤਾਰੀਫ ਕਰਦਾ, 1947 ਸਾਡੇ ਕੋਲ ਕੀ ਸੀ? 1947 ਤੋਂ ਲੈ ਕੇ ਅੱਜ ਤੱਕ ਜਿਹੜੇ ਵੀ ਢਾਂਚੇ ਖੜੇ ਹੋਏ, ਚਾਹੇ ਉਹ ਰੇਲਵੇ ਦੇ ਢਾਂਚੇ ਖੜੇ ਹੋਏ, ਚਾਹੇ ਉਹ ਵੱਡੀਆਂ ਆਰਗੇਨਾਈਜੇਸ਼ਨਸ ਖੜੀਆਂ ਹੋਈਆਂ, ਚਾਹੇ ਉਹ ਸਾਰਾ ਕੁਝ, ਉਹ ਸਾਰੀਆਂ ਪਾਰਟੀਆਂ ਨੇ ਰਲ ਕੇ ਕੀਤੀਆਂ ਨੇ। ਚਾਹੇ ਸਟੇਟਾਂ 'ਚ ਕੀਤੀਆਂ ਤਾਂ ਸਟੇਟ ਵਾਲਿਆਂ ਨੇ ਖੜੀਆਂ ਕੀਤੀਆਂ। ਇਹ ਕੀ ਹੋਇਆ ਵੀ ਪਿਛਲੇ ਤੇ ਪੋਚਾ ਮਾਰ ਕੇ ਸਿਰਫ ਆਪਦੇ ਗੁਣ ਗਾਓ? ਲੋਕਾਂ ਨੂੰ ਸੱਚਾਈ ਦੱਸਣ ਤੋਂ ਡਰਦੇ ਨੇ। ਅਸਲ ਗੱਲ ਕੀ ਹੈ ਵੀ ਜਦੋਂ ਸੱਚਾਈ ਦੱਸੀ ਜਾਂਦੀ ਹੈ ਤਾਂ ਲੋਕ ਇਹਨਾਂ ਨੂੰ ਹੋਰ ਪੁੱਛਦੇ ਨੇ ਕਿ ਜੇ ਇਹਨਾਂ ਨੇ ਇੰਨਾ ਕੀਤਾ ਸੀ ਤੁਸੀਂ ਇੰਨਾ ਕੀਤਾ। ਉਹ ਕੰਪੈਰੀਜ਼ਨ ਤੋਂ ਬਚਣ ਵਾਸਤੇ ਕਿ ਉਹ ਕੰਪੈਰੀਜ਼ਨ ਨਾ ਹੋਵੇ, ਸਿਰਫ ਸਾਡਾ ਗੁਣ ਗਾਏ ਜਾਣ। ਇਹ ਗੱਲ ਜਿਹੜੀ ਹੈ, ਇਸੇ ਕਰਕੇ ਹੀ ਇਹੀ ਆਮ ਆਦਮੀ ਪਾਰਟੀ ਦਾ ਕੰਮ ਹੈ। ਉਹ ਸਿਰਫ ਆਪਦੇ ਗੁਣ ਹੀ ਗਾਉਣਾ ਚਾਹੁੰਦੀ ਹੈ। ਤੁਸੀਂ ਮੈਨੂੰ ਦੱਸੋ ਵੀ ਐਡਵਰਟਾਈਜ਼ਮੈਂਟ ਦੇ, ਪੰਜਾਬ ਦੀ ਐਡਵਰਟਾਈਜ਼ਮੈਂਟ ਦੇ, ਪੰਜਾਬ 'ਚ ਐਡਵਰਟਾਈਜ਼ਮੈਂਟ ਦੇ ਤੁਸੀਂ 700-800 ਕਰੋੜ ਰੁਪਇਆ ਖਰਚੀ ਜਾਂਦੇ ਹੋ। ਕੀ ਗੱਲ? ਮੇਰਾ ਕੰਮ, ਮੈਂ ਕੰਮ ਕਰਦਾ, ਮੈਂ ਇੱਥੇ ਬੋਲਦਾ ਕਿ ਮੈਨੂੰ ਬੋਰਡ ਲਾਵਾਂ ਮੈਂ ਉੱਥੇ ਜਾ ਕੇ ਕਿ ਮੈਂ ਉੱਥੇ ਬੋਲ ਕੇ ਆਇਆ, ਮੇਰੇ ਬੋਰਡ ਲੱਗਣਗੇ ਵੀ ਬੋਰਡ ਲਾਵਾਂ ਮੈਂ ਉੱਥੇ ਬੋਲਿਆ ਸੀ ਅੱਜ ਪੰਜਾਬ ਦੇ ਲੋਕਾਂ ਦੇ ਹੱਕ 'ਚ, ਮੈਂ ਬੋਲਿਆ ਸੀ ਫਲਾਣੇ ਦੇ ਹੱਕ 'ਚ, ਫਿਰ ਮੈਂ ਬੋਰਡ ਲਾਵਾਂ ਇੱਕ ਐਡਵਰਟਾਈਜ਼ਮੈਂਟ ਦੇ, ਮੈਂ ਇੱਕ ਪੇਪਰਾਂ 'ਚ ਐਡਵਰਟਾਈਜ਼ਮੈਂਟ ਦੇਵਾਂ। ਲੋਕਾਂ ਨੂੰ ਆਪੇ ਪਤਾ ਲੱਗ ਜੂਗਾ ਮੈਂ ਕੀ ਕਰਦਾ, ਮੈਂ ਕਿਹੜੇ ਕੰਮ ਕਰਦਾ। ਲੋਕਾਂ ਨੂੰ ਆਪਣੇ ਆਪ ਜਦੋਂ ਲੋਕਾਂ ਤੱਕ ਚੀਜ਼ਾਂ ਪਹੁੰਚਣਗੀਆਂ ਉਦੋਂ ਲੋਕਾਂ ਨੂੰ ਸਭ ਕੁਝ ਸਮਝ ਆ ਜੂਗੀ ਕਿ ਮੈਨੂੰ ਕਿਹੜੇ ਸੁੱਖ ਨੇ, ਕਿਹੜੇ ਮੈਨੂੰ ਫਾਇਦੇ ਹੋਏ ਨੇ। ਤੁਸੀਂ ਐਡਵਰਟਾਈਜ਼ਮੈਂਟ ਦਾ ਉਹ ਕਰਦਾ ਹੈ ਜਿਹਨੇ ਕੰਮ ਘੱਟ ਕੀਤਾ ਹੁੰਦਾ ਹੈ। ਚਲੋ ਖੈਰ ਠੀਕ ਹੈ ਬੀਜੇਪੀ ਚਾਹੇ ਸਿੱਧੂ ਸਾਹਿਬ ਮਾਫ ਕਰਨਾ, ਜਿੰਨਾ ਟਾਈਮ ਜਿਹੜੀ ਟਾਈਮ ਮੈਨੇਜਮੈਂਟ ਹੁੰਦੀ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਸਾਰੇ ਪੈਨਲਿਸਟ ਨੂੰ ਸਮੇਤ ਸਾਡੇ ਜਿਹੜੇ ਨਿਰਪੱਖ ਟਿੱਪਣੀਕਾਰ ਨੇ ਇੱਕੋ ਜਿਹਾ ਟਾਈਮ ਜਿਹੜਾ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਗੱਲ ਰੱਖ ਸਕਣ। ਔਰ ਮੈਂ ਕਈ ਵਾਰੀ ਦੱਸੀ ਹੈ ਪਹਿਲੇ ਦਰਸ਼ਕੋ ਇਹ ਗੱਲ ਕਿ ਜਿਹੜੀ ਡਿਬੇਟ ਹੁੰਦੀ ਹੈ ਕਿਸੇ ਨਿਰਣੇ ਤੇ ਪਹੁੰਚਣ ਲਈ ਨਹੀਂ ਹੁੰਦੀ, ਨਾ ਹੀ ਪਹੁੰਚਿਆ ਜਾ ਸਕਦਾ ਹੁੰਦਾ 40-45 ਮਿੰਟ 'ਚ। ਸਿਰਫ ਤੇ ਸਿਰਫ ਇਹ ਤੁਹਾਨੂੰ ਵੱਖ-ਵੱਖ ਪੱਖ ਰੱਖਣ ਦੇ ਹੁੰਦੇ ਆ। ਇੱਕ ਆਪਦਾ ਤਰਕ ਰੱਖਦਾ, ਪਾਰਟੀ ਆਪਦਾ ਤਰਕ ਰੱਖਦੀ ਹੈ, ਨਿਰਪੱਖ ਟਿੱਪਣੀਕਾਰ ਆਪਣੇ ਤਰਕ ਰੱਖਦੇ ਨੇ, ਤੁਹਾਡੇ ਸਾਹਮਣੇ ਹੁੰਦਾ ਤੇ ਡਿਸਾਈਡ ਤੁਸੀਂ ਕਰਨਾ ਹੈ ਕਿ ਕੌਣ ਠੀਕ ਹੈ ਕੌਣ ਗਲਤ ਹੈ। ਤੇ ਉਹਦੇ ਲਈ ਵੀ ਤੁਹਾਡੇ ਕੋਲ ਫਿਰ ਸਾਲ 'ਚ 5 ਸਾਲ 'ਚ 1-2 ਵਾਰੀ ਮੌਕੇ ਜਿਹੜੇ ਮਿਲਦੇ ਨੇ, ਉਹ ਤੁਸੀਂ ਆਪਦਾ ਤਰਕ ਨੂੰ ਉੱਥੇ ਵਰਤਣਾ ਹੁੰਦਾ ਹੈ ਕਿਉਂਕਿ ਤੁਹਾਡੀ ਵੀ ਜ਼ਿੰਮੇਵਾਰੀ ਹੈ। ਜਦੋਂ ਕੋਈ ਬੰਦਾ ਕਹਿੰਦਾ ਮੈਂ ਇਹ ਬੰਦਾ ਬਹੁਤ ਗਲਤ ਹੈ, ਇਹ ਗਲਤ ਚੁਣ ਲਿਆ, ਫਿਰ ਚੁਣਿਆ ਕਿਹਨੇ? ਤੁਸੀਂ ਚੁਣਿਆ ਨਾ। ਤੇ ਚੁਣਨ ਵੇਲੇ ਤੁਸੀਂ ਦੇਖਣਾ, ਚੁਣਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਆਹ ਕਹਿੰਦੇ ਨੇ, ਜਿਹਦੇ ਨਾਲ ਤੁਸੀਂ ਸਹਿਮਤ ਹੋ ਨੂੰ ਚੁਣ ਲਓ। ਖੈਰ, ਅਸੀਂ ਅੱਜ ਗੱਲ ਕੀਤੀ ਸੀ ਜਿਹੜੀ ਵੱਡੀ ਰੈਲੀ, ਮਹਾ ਰੈਲੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਆਰਡੀਨੈਂਸ ਦੇ ਮਸਲੇ ਤੇ ਕੀਤੀ ਹੈ ਕਿ ਧੱਕਾ ਹੋ ਰਿਹਾ ਦਿੱਲੀ ਦੇ ਵਿੱਚ, ਬਾਕੀਆਂ ਨਾਲ ਵੀ ਧੱਕਾ ਹੋ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕੀਤੀ ਕਿ ਹੋਰ ਵੀ ਬਚ ਕੇ ਰਹਿਣ, ਮਤਲਬ ਕਿ ਇਕੱਠੇ ਹੋ ਕੇ ਆਪਾਂ ਭਾਰਤੀ ਜਨਤਾ ਦੇ ਖਿਲਾਫ ਚੋਣਵੀਂ ਇਲੈਕਸ਼ਨ ਲੜੀਏ। ਤੇ ਉਸ ਤੋਂ ਪਹਿਲਾਂ ਜੇ ਰਾਜ ਸਭਾ ਦੇ ਵਿੱਚ ਜਦੋਂ ਮਤਾ ਆਉਂਦਾ ਹੈ ਉਹਨੂੰ ਆਪਾਂ ਰਾਜ ਸਭਾ 'ਚ ਦੇਖ ਸਕਦੇ ਹਾਂ, ਰੋਕ ਸਕਦੇ ਹਾਂ, ਹਰਾ ਸਕਦੇ ਹਾਂ। ਦੇਖੋ, ਕੋਸ਼ਿਸ਼ ਕਰ ਰਹੇ ਨੇ, ਸਾਰੇ ਕਰ ਰਹੇ ਨੇ, ਲੇਕਿਨ ਦੇਖਦੇ ਆ ਕਿਉਂਕਿ ਵੱਖਰੇ ਸਵਾਲ ਵੀ ਤਾਂ ਖੜੇ ਹੁੰਦੇ ਨੇ। ਉਮਰ ਅਬਦੁੱਲਾ ਨੇ ਕੱਲ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਕਿ ਇਹੀ ਅਰਵਿੰਦ ਕੇਜਰੀਵਾਲ ਜਿਹੜਾ ਅੱਜ ਗੱਲ ਕਰਦਾ ਹੈ ਕਿ ਅਸੀਂ ਸਟੇਟ ਅਟਾਨਮੀ ਦੀ, ਉਦੋਂ ਕਿੱਥੇ ਸੀ ਜਦੋਂ ਸਾਡੀ ਅਟਾਨਮੀ ਤੇ ਟਾਕੇ ਪਏ ਸੀ। ਇਹੀ ਸਵਾਲ ਫਿਰ ਸੁਖਬੀਰ ਸਿੰਘ ਬਾਦਲ ਤੇ ਵੀ ਉੱਠਦੇ ਨੇ। ਬਹੁਤ ਸਾਰੀਆਂ ਗੱਲਾਂ ਨੇ, ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਅਸੀਂ ਕੋਸ਼ਿਸ਼ ਕੀਤੀ ਹੈ ਕੁਝ ਗੱਲਾਂ ਤੁਹਾਨੂੰ ਅੱਜ ਦੱਸਣ ਦੀਆਂ। ਹੁਣ ਕਰੀਏ ਧੰਨਵਾਦ ਸਤਪਾਲ ਸਿੰਘ ਸਿੱਧੂ ਸਾਹਿਬ, KS ਬਠਾਰੂ ਸਾਹਿਬ, ਜਸਪ੍ਰੀਤ ਸਿੰਘ ਨਰਵਾਲ ਜੀ, ਅਮਨਜੋਤ ਰਾਮੂਵਾਲੀਆ ਜੀ ਔਰ ਮੇਜਰ ਮਲਹੋਤਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਆਪਣੀ ਗੱਲ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੀ। ਪਿਆਰੇ ਦਰਸ਼ਕੋ, ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋ, ਤੇ ਕੱਲ ਸ਼ਾਮ ਨੂੰ 5:30 ਵਜੇ ਚਰਚਾ 'ਚ ਫੇਰ ਕਰਾਂਗੇ ਮੁਲਾਕਾਤ। ਬਹੁਤ ਬਹੁਤ ਸ਼ੁਕਰੀਆ। चर्चा